ਧੰਨ ਵਾਹਿਗੁਰੂ ਸਾਹਿਬ ਜੀਓ। ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਯਾਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋ ਹੈ ਬਨ ਆਵੈ। ਧੰਨ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਨੌਵਾਂ। ਕਹਾਂ ਮਨ ਵਿਖਿਆ ਸਿਉ ਲਪਟਾਹੀ, ਯਾ ਜਗ ਮਹਿ ਕੋ ਰਹਿਣ ਨ ਪਾਵੈ। ਇਕ ਆਵੈ ਇਕ ਜਾਹੀ ਰਹਾਉ। ਕਹਾਂ ਮਨ ਵਿਖਿਆ ਸਿਉ ਲਪਟਾਹੀ, ਯਾ ਜਗ ਮਹਿ ਕੋ ਰਹਿਣ ਨ ਪਾਵੈ। ਇਕ ਆਵੈ ਇਕ ਜਾਹੀ ਰਹਾਉ। ਕਾਕੋ ਤਨ ਧਨ ਸੰਪਤ ਕਾਕੀ, ਕਾਸਿਓ ਨੇਹ ਲਗਾਈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਲ ਕੀ ਛਾਈ। ਤਜ ਅਭਮਾਨ ਸ਼ਰਨ ਸੰਤਨ ਗਹੋ, ਮੁਕਤ ਹੋਇ ਛਿਨ ਮਾਹੀ। ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੈ ਭੀ ਨਾਹੀ। ਤਜ ਅਭਮਾਨ ਸ਼ਰਨ ਸੰਤਨ ਗਹੋ, ਮੁਕਤ ਹੋਇ ਛਿਨ ਮਾਹੀ। ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੈ ਭੀ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਜਿੱਥੇ ਚੱਲ ਰਹੀ ਲੜੀਵਾਰ ਕਥਾ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ, ਉਸ ਦੇ ਨਾਲ ਨਾਲ ਜਿਹੜਾ ਦਿਹਾੜਾ ਮਨਾਇਆ ਜਾਂਦਾ, ਆਪਾਂ ਉਸ ਸੰਬੰਧੀ ਵੀ ਵਿਚਾਰਾਂ ਕਰਦੇ ਹਾਂ। ਅੱਜ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਹੈ। ਸਤਿਗੁਰਾਂ ਦੇ ਜੀਵਨ ਸੰਬੰਧੀ ਵਿਚਾਰਾਂ ਤੇ ਸ਼ਬਦ ਦੀ ਵਿਚਾਰ ਕਰਨੀ ਹੈ। ਸਾਧ ਸੰਗਤ ਜੀ, ਜਿਤਨੀ ਵੀ ਸੰਗਤ ਗੁਰੂ ਚਰਨਾਂ 'ਚ ਤੁਸੀਂ ਬੈਠੇ ਹੋ, ਆਓ ਸਾਰੇ ਮਨ ਦੇ ਟਿਕਾਓ ਇਕਾਗਰਤਾ ਦੇ ਲਈ ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੱਜ ਵੱਜ ਕੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਾਰੇ
सतनाम श्री वाहेगुरु जी। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ, ਉਸ ਤੋਂ ਬਾਅਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਸੰਬੰਧੀ ਵਿਚਾਰ। ਸਾਹਿਬ ਕਿਰਪਾ ਕਰੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਰੰਗ ਮਹਿਲਾ 9ਵਾਂ। ਸਾਰੰਗ ਰਾਗ ਦਾ ਇਹ ਦੂਸਰਾ ਸ਼ਬਦ ਹੈ। ਇਸ ਰਾਗ ਦੇ ਵਿੱਚ 4 ਸ਼ਬਦ ਨੇ ਤੇ ਦੂਸਰੇ ਸ਼ਬਦ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਤੇ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ ਸ਼ਬਦ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਕਹਾਂ ਮਨ ਵਿਖਿਆ ਸਿਉ ਲਪਟਾਹੀ। ਆਪਾਂ ਅੱਗੇ ਕਈ ਵਾਰ ਵਿਚਾਰ ਕੀਤੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਨ ਦੀ ਬਹੁਤ ਗੱਲ ਕਰਦੇ ਨੇ। ਇਹੋ ਕਹਿ ਲਓ ਹੁਣ ਤੱਕ ਜਿੰਨੇ ਵੀ ਅਸੀਂ ਸ਼ਬਦ ਵਿਚਾਰੇ ਨੇ ਸਾਰੇ ਸ਼ਬਦਾਂ ਵਿੱਚ ਮਨ ਦੀ ਗੱਲ ਜ਼ਰੂਰ ਨਾਲ ਨਾਲ ਮਹਾਰਾਜ ਨੇ ਕੀਤੀ ਹੈ। ਕੋਈ ਵੀ ਐਸਾ ਸ਼ਬਦ ਨਹੀਂ ਜਿਹਦੇ ਵਿੱਚ ਮਨ ਦੀ ਗੱਲ ਨਾ ਆਈ ਹੋਵੇ। ਅੱਜ ਵੀ ਮਹਾਰਾਜ ਕਹਿ ਰਹੇ ਨੇ ਕਹਾਂ ਮਨ ਕਿਉਂ ਮੇਰੇ ਮਨਾ ਵਿਖਿਆ ਸਿਉ ਲਪਟਾਹੀ। ਲਪਟਾਹੀ ਦਾ ਮਤਲਬ ਚਿੰਬੜਿਆ ਹੋਇਆ ਤੂੰ, ਵਿਖ ਯਾਰ ਦੇ ਵਿੱਚ ਕਿਉਂ ਲੱਗਾ ਹੋਇਆ ਹੈ ਤੂੰ ਮੇਰੇ ਮਨ। ਤੇ ਫਿਰ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖੀ, ਆਪਣੇ ਮਨ ਨੂੰ ਕਹਿੰਦੇ ਆ ਜੇ ਤੂੰ ਵਿਖਿਆ ਯਾਰ ਵਿੱਚ ਲੱਗਾ ਰਹੇਗਾ ਤੇ ਇਸ ਦੇ ਵਿੱਚ ਲੱਗੇ ਹੋਏ ਕਈ ਤੁਰ ਗਏ ਤੇ ਕਈਆਂ ਨੇ ਤੁਰ ਜਾਣਾ ਹੈ। ਅਗਲੀ ਤੁਕ ਵਿੱਚ ਮਹਾਰਾਜ ਕਹਿੰਦੇ ਨੇ ਯਾ ਜਗ ਮਹਿ ਕੋ ਰਹਿਣ ਨਾ ਪਾਵੈ। ਮਹਾਰਾਜ ਕਹਿੰਦੇ ਨੇ ਇਸ ਗੱਲ ਦਾ ਖਿਆਲ ਰੱਖੀ, ਹੇ ਮੇਰੇ ਮਨਾਂ ਤੂੰ ਜਿਹੜੇ ਬੰਨੇ ਤੁਰਿਆ ਜਾ ਰਿਹਾ ਇਸ ਚੀਜ਼ ਦਾ ਵੀ ਤੈਨੂੰ ਨਾਲ ਨਾਲ ਗਿਆਨ ਹੋਣਾ ਚਾਹੀਦਾ ਹੈ ਕਿ ਯਾ ਜਗ ਮਹਿ, ਇਸ ਜਗ ਵਿੱਚ, ਯਾਦ ਅਰਥ ਕਰਾਂਗੇ ਇਸ ਜਗ ਵਿੱਚ ਕੋ ਰਹਿਣ ਨਾ ਪਾਵੈ। ਮਹਾਰਾਜ ਦੇ ਕਹਿੰਦੇ ਕੋਈ ਵੀ ਇਸ ਵਿੱਚ ਰਹਿਣ ਵਾਲਾ ਨਹੀਂ, ਇੱਕ ਆਮ ਹੈ ਇੱਕ ਜਾਹੀ। ਹੁਣ ਮੈਂ ਸ਼ਬਦ ਪੜਿਆ ਇੱਕ ਆਮ ਹੈ ਇੱਕ ਜਾਹੀ ਤੇ ਤੁਸੀਂ ਕਹੋਗੇ ਵੀ ਮਹਾਰਾਜ ਕਹਿੰਦੇ ਇੱਕ ਆਇਆ ਤੇ ਇੱਕ ਚਲਿਆ ਗਿਆ। ਨਹੀਂ, ਇੱਥੇ ਇੱਕ ਦਾ ਅਰਥ ਬਹੁਵਚਨ ਹੈ। ਆਪਾਂ ਕਈ ਵਾਰ ਅੱਗੇ ਵੀ ਵਿਚਾਰ ਕੀਤੀ ਹੈ ਕਿ ਜਿਹੜੇ ਗੁਰਬਾਣੀ ਅੰਦਰ ਸ਼ਬਦ ਨੇ ਉਹਨਾਂ ਦੀਆਂ ਸਿਹਾਰੀਆਂ ਔਂਕੜ ਇਹ ਵਿਆਕਰਨ ਦੇ ਮੁਤਾਬਕ ਅਰਥ ਬਦਲ ਜਾਂਦੇ ਨੇ। ਹੁਣ ਜੇ ਇੱਥੇ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਔਂਕੜ ਹੁੰਦਾ ਮਤਲਬ ਸੀ ਇੱਕ ਦੀ ਗੱਲ ਹੋ ਰਹੀ ਹੈ। ਜੇ ਔਂਕੜ ਨਾ ਹੁੰਦਾ ਅਖੀਰਲੇ ਸ਼ਬਦ ਨੂੰ ਇਹਦਾ ਮਤਲਬ ਸੀ ਬਹੁਤ ਗੱਲ ਹੋ ਰਹੀ ਹੈ। ਜਦੋਂ ਸਿਹਾਰੀ ਆ ਗਈ ਇਹਦਾ ਅਰਥ ਹੋ ਗਿਆ ਬਹੁਵਚਨ। ਜਿਵੇਂ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ। ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ। ਉੱਥੇ ਵੀ ਮਹਾਰਾਜ ਕਹਿ ਰਹੇ ਨੇ ਕਿ ਬਹੁਤ ਕੋਈ ਆਉਂਦਾ ਤੇ ਕੋਈ ਚਲਿਆ ਜਾ ਰਿਹਾ। ਮੈਂ ਸਿਰਫ ਬੇਨਤੀ ਕਰਨ ਲੱਗਾ ਇੱਕ ਦਾ ਜਿਹੜਾ ਤੇ ਆਪਾਂ ਸ਼ਬਦ ਪੜਿਆ ਇਹਦਾ ਮਤਲਬ ਬਹੁਵਚਨ ਹੈ, ਕਈ ਆਏ ਤੇ ਕਈਆਂ ਨੇ ਤੁਰ ਜਾਣਾ ਹੈ। ਜਾਂ ਜਗ ਮੈਂ ਕੋ ਰਹਿਣ ਨਾ ਪਾਵੈ, ਇਸ ਜਗਤ ਵਿੱਚ ਕਿਸੇ ਨੇ ਰਹਿਣਾ ਨਹੀਂ। ਮਹਾਰਾਜ ਕਹਿੰਦੇ ਇੱਕ ਆਮ ਹੈ ਇੱਕ ਜਾਏ, ਕਈ ਆਏ ਤੇ ਕਈਆਂ ਨੇ ਤੁਰ ਜਾਣਾ ਹੈ। ਇਹਨੇ ਪਹਿਲੀਆਂ ਰਹਾਉ ਵਾਲੀਆਂ ਤੁਕਾਂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵਿੱਚ ਵਿਚਾਰ ਦੇ ਰਹੇ ਨੇ ਕਿ ਹੇ ਮਨਾ ਤੂੰ ਵਿਖਿਆ ਤੋਂ ਬਾਹਰ ਆ, ਹੇ ਮਨ ਤੂੰ ਯਾਰ ਤੋਂ ਬਾਹਰ ਨਿਕਲ। ਤੇ ਯਾਦ ਰੱਖਿਓ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਸਾਰੀ ਦੀ ਸਾਰੀ ਮਨ ਦੀ ਗੱਲ ਕਰਦੀ ਹੈ ਤੇ ਮਨ ਨੂੰ ਤਬਦੀਲ ਕਰਨ ਦੀ ਗੱਲ ਕਰਦੀ ਹੈ। ਤੁਸੀਂ ਦੇਖੋ ਜਦੋਂ ਮਹਾਰਾਜ ਨੇ ਜਿਨ੍ਹਾਂ ਦੇ ਜੀਵਨ ਬਦਲੇ ਨੇ ਉਹਨਾਂ ਦੇ ਮਹਾਰਾਜ ਨੇ ਮਾਣੀ ਬਦਲੇ ਸਨ, ਸਰੀਰ ਤਾਂ ਨਹੀਂ ਬਦਲਿਆ। ਮਹਾਰਾਜ ਨੇ ਕੌਡੇ ਦਾ ਮਾਣੀ ਬਦਲਿਆ ਸੀ ਨਾ, ਕੌਡਾ ਰਿਹਾ ਤੇ ਉਸੇ ਤਰ੍ਹਾਂ ਦਾ ਹੀ ਹੈ। ਕੋਈ ਹੱਥ ਪੈਰ ਨਹੀਂ ਉਹਦੇ ਬਦਲੇ, ਕੋਈ ਅੱਖਾਂ ਨਹੀਂ ਉਹਦੀਆਂ ਬਦਲੀਆਂ, ਕੋਈ ਕੰਨ ਨਹੀਂ ਉਹਦਾ ਬਦਲਿਆ, ਸਰੀਰ ਦਾ ਅੰਗ ਕੋਈ ਨਹੀਂ ਬਦਲਿਆ। ਉਹੀ ਕੌਡਾ ਮਹਾਰਾਜ ਨੇ ਪ੍ਰਚਾਰ ਕਰ ਲਾ ਦਿੱਤਾ। ਸੱਜਣ ਦਾ ਮਹਾਰਾਜ ਨੇ ਮਾਣੀ ਬਦਲਿਆ ਸੀ ਤੇ ਉਹਦੀ ਧਰਮਸ਼ਾਲਾ ਜਿਹੜੀ ਕਤਲਗਾਹ ਸੀ ਧਰਮਸ਼ਾਲਾ ਬਣਾ ਦਿੱਤੀ। ਵਲੀ ਕੰਧਾਰੀ ਹੰਕਾਰੀ ਹੋਇਆ ਬੈਠਾ ਸੀ, ਕਹਿੰਦਾ ਪਾਣੀ ਦੇ ਮੈਂ ਹੀ ਸਾਰਾ ਪ੍ਰਬੰਧ ਰੱਖਿਆ, ਪਾਣੀ ਨਹੀਂ ਕਿਸੇ ਨੂੰ ਦੇਣਾ। ਮਹਾਰਾਜ ਨੇ ਮਾਣੀ ਤਾਂ ਬਦਲਿਆ ਉਹਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਨ ਵਰਗਾ ਮਿੱਤਰ ਵੀ ਕੋਈ ਨਹੀਂ ਤੇ ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ ਜੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਾਂਗੇ ਮਹਾਰਾਜ ਕਹਿੰਦੇ ਮਨ ਵਰਗਾ ਮਿੱਤਰ ਵੀ ਕੋਈ ਨਹੀਂ, ਜੇ ਚੰਗੇ ਰਸਤੇ ਪਾ ਦੇਵੇ ਤੇ ਬੜਾ ਮਿੱਤਰ ਜੇ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਅਮਰਦਾਸ ਮਹਾਰਾਜ ਨੇ ਵੀ ਕਿਹਾ ਹੈ। ਮਹਾਰਾਜ ਬੜੇ ਪਿਆਰੇ ਸ਼ਬਦ ਵਰਤੇ ਆ, ਇਹ ਮਨ ਪਿਆਰਿਆ। ਹੁਣ ਕਿੰਨਾ ਪਿਆਰ ਨਾਲ ਮਹਾਰਾਜ ਆਵਾਜ਼ਾਂ ਮਾਰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਪਿਆਰੇ ਮੇਰੇ ਮਨਾਂ ਤੂੰ ਸੱਚ ਨੂੰ ਸੰਭਾਲ। ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਦੋਂ ਮਨ ਦੀ ਗੱਲ ਆਉਂਦੀ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਇਹਦੇ ਵਰਗਾ ਮਿੱਤਰ ਕੋਈ ਨਹੀਂ ਜੇ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਵਰਗਾ ਕਹਿੰਦੇ ਮਿੱਤਰ ਕੋਈ ਨਹੀਂ ਜੇ, ਇਹਦੇ ਵਰਗਾ ਦੋਸਤ ਕੋਈ ਨਹੀਂ ਜੇ।
क्योंकि जे ये सही रस्ते ते तुर पवे तो फिर गुरमुखो मनुख नूं उच्चियां बुलंदियां ते लै जांदा है। मैं जी बेनती कर लग्या, महाराज कहते हैं कि इस मन का, क्योंकि मन अज तक कोई दस नहीं सकिया भी की है मन। जो असीं विद्वानां दे विचार पढ़ते सुनते हैं तो इक्को गल सामने आउंदी है भी फुरनियां दा संग्रह, जिहदे चों फुरने पैदा हुंदे ने सारे, ਇਹਦੇ ਵਿੱਚੋਂ ਫੁਰਨੇ ਉੱਠਦੇ ਨੇ, ਹਜ਼ਾਰਾਂ ਉੱਠਦੇ ਨੇ, ਖਤਮ ਹੁੰਦੇ ਆ। ਪਰ ਜਿਸ ਮਨ ਵਿੱਚੋਂ ਉੱਠੇ ਹੋਏ ਫੁਰਨੇ ਨੂੰ ਬੁੱਧੀ ਅੱਗੋਂ ਵਿਚਾਰ ਕਰਕੇ ਸਹੀ ਤਰੀਕੇ ਦੇ ਨਾਲ ਤੋੜ ਦਿੰਦੀ ਹੈ। ਮਨ ਦਾ ਹਰ ਫੁਰਨਾ ਅਸੀਂ ਪੂਰਾ ਨਹੀਂ ਕਰਦੇ ਤੇ ਨਾ ਹਰ ਫੁਰਨਾ ਪੂਰਾ ਹੋ ਹੀ ਸਕਦਾ ਹੈ, ਕਿਉਂਕਿ ਜਿੰਨੇ ਤੁਸੀਂ ਦੇਖੋ ਹਜ਼ਾਰਾਂ ਫੁਰਨੇ ਆਪਾਂ ਇੱਕ ਮਿੰਟ ਵਿੱਚ ਮਨ 'ਚੋਂ ਪੈਦਾ ਕਰ ਦਿੰਦੇ ਆ ਤੇ ਪੂਰੇ ਥੋੜਾ ਹੁੰਦੇ ਆ। ਜਦੋਂ ਇਸ ਮਨ 'ਚੋਂ ਉੱਠਿਆ ਫੁਰਨਾ ਬੁੱਧੀ ਉਹਦਾ ਨਿਰੀਖਣ ਕਰਦੀ ਹੈ ਤੇ ਯਾਦ ਰੱਖਿਓ, ਮਹਾਰਾਜ ਨੇ ਕਿਹਾ ਜਿਹਦੀ ਬੁੱਧੀ ਉੱਤੇ ਵਾਹਿਗੁਰੂ ਗੁਰੂ ਦਾ ਸ਼ਬਦ ਹੋਵੇ ਉਹ ਫਿਰ ਅੱਗੋਂ ਦੱਸ ਦਿੰਦੀ ਹੈ ਕਿ ਮਨ ਨੂੰ ਕਿ ਤੇਰਾ ਉੱਠਿਆ ਫੁਰਨਾ ਸਹੀ ਹੈ ਕਿ ਗਲਤ ਹੈ। ਮੈਨੂੰ ਖਿਮਾ ਕਰਿਓ, ਜਿੰਨੇ ਅਸੀਂ ਗੁਰੂ ਚਰਨਾਂ 'ਚ ਬੈਠੇ ਹਾਂ, ਆਪਣੇ ਸਮੇਤ ਮੈਂ ਕਹਿ ਰਿਹਾ, ਅਸੀਂ ਸਾਰੇ ਸਾਡੇ ਮਨ ਵਿੱਚੋਂ ਜਿੰਨੇ ਫੁਰਨੇ ਉੱਠਦੇ ਨੇ ਕਿ ਸਾਨੂੰ ਉਸੇ ਵੇਲੇ ਆਵਾਜ਼ ਨਹੀਂ ਆਉਂਦੀ ਵੀ ਇਹ ਫੁਰਨਾ ਜਿਹੜਾ ਉੱਠਿਆ ਸਹੀ ਹੈ ਕਿ ਗਲਤ ਹੈ। ਉਹ ਇੱਕਦਮ ਆਵਾਜ਼ ਆਉਂਦੀ, ਸਾਨੂੰ ਸੁਣੀਏ ਚਾਹੇ ਨਾ ਸੁਣੀਏ। ਮੰਨ ਲਓ ਕੋਈ ਬੰਦੇ ਨੇ ਕੋਈ ਕੰਮ ਕਰਨਾ, ਇੱਕਦਮ ਜੋ ਫੁਰਨਾ ਬਣਿਆ ਉਸੇ ਵੇਲੇ ਬੁੱਧੀ ਵਿਚਾਰ ਕਰਦੀ ਹੈ ਵੀ ਜਿਹੜਾ ਫੁਰਨਾ ਇਹ ਚੰਗਾ ਕਿ ਮੰਦਾ। ਜੇ ਤਾਂ ਬੁੱਧੀ ਉੱਤੇ ਮਲੀਨਤਾ ਚੜ ਜਾਏ ਤੇ ਫਿਰ ਉਹ ਗੰਦੇ ਫੁਰਨੇ ਨੂੰ ਇਹੋ ਕਹਿ ਲੋ ਕਿ ਉਹ ਕਰਨ ਦੇ ਲਈ ਉਤਸ਼ਾਹ ਕਰ ਦਿੰਦੀ ਹੈ। ਪਰ ਜੇ ਬੁੱਧੀ ਨਿਰਮਲ ਹੋਵੇ, ਉੱਤੇ ਗੁਰੂ ਦਾ ਸ਼ਬਦ ਹੋਵੇ, ਉਸੇ ਵੇਲੇ ਆਪਣੇ ਮਨ ਨੂੰ ਬੰਦਾ ਆਪੇ ਲਾਹਣਤਾ ਪਾ ਲੈਂਦਾ, ਮਨਾਂ ਤੂੰ ਇਹ ਕੀ ਸੋਚ ਬੈਠਾ। ਅਸੀਂ ਹਰ ਜਿੰਨੇ ਬੈਠੇ ਮੈਂ ਆਪਣੇ ਸਮੇਤ ਕਹਿ ਰਿਹਾ, ਸਾਡੇ ਸਾਰਿਆਂ ਦੇ ਮਨਾਂ 'ਚ ਇਸ ਤਰ੍ਹਾਂ ਹੁੰਦਾ ਹੈ। ਮਹਾਰਾਜ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਕਿ ਜਿਹੜਾ ਮਨ ਹੈ ਇਹਨੂੰ ਤੇ ਮਹਾਰਾਜ ਨੇ ਇੰਨਾ ਪਿਆਰਾ ਵੀ ਕਹਿ ਦਿੱਤਾ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਹੁਣ ਜੋਤ ਸਰੂਪ ਦਾ ਮਤਲਬ ਕੀ ਹੈ? ਤਾਂ ਬਹੁਤ ਨੇੜੇ ਹੀ ਹੈ ਪਰਮਾਤਮਾ ਦਾ। ਮਨ ਜਿਹੜਾ ਪਰਮਾਤਮਾ ਦੇ ਇੰਨਾ ਨੇੜੇ, ਜੋਤ ਕਹਿ ਦਿੱਤਾ ਵੀ ਤੂੰ ਉਹਦੀ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨਾ ਤੂੰ ਆਪਣਾ ਮੂਲ ਪਛਾਣ ਲੈ। ਖੈਰ ਮੈਂ ਸ਼ਬਦ ਉੱਤੇ ਜ਼ਿਆਦਾ ਵਿਸਤਾਰ ਨਹੀਂ ਕਰਨਾ, ਆਪਾਂ ਗੁਰੂ ਸਾਹਿਬ ਦੇ ਜੀਵਨ ਦੀ ਵਿਚਾਰ ਵੀ ਕਰਨੀ ਹੈ। ਤਾਂ ਮੈਂ ਬੇਨਤੀ ਕਰਨ ਲੱਗਿਆ, ਮਹਾਰਾਜ ਕਹਿੰਦੇ ਹੇ ਮੇਰੇ ਮਨਾ, ਸਾਨੂੰ ਕਹਿ ਰਹੇ ਨੇ ਮਹਾਰਾਜ, ਆਪ ਸਾਡੇ ਵਾਸਤੇ ਅਰਦਾਸ ਕਰਦੇ ਪਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿ ਇਸ ਤਰ੍ਹਾਂ ਗੁਰੂ ਕੋਲੇ ਆ ਕੇ ਆਖੀਏ, ਹੇ ਮਨ ਤੂੰ ਵਿਖਿਆ ਵਿੱਚੋਂ ਬਾਹਰ ਨਿਕਲ, ਇਹਦੇ ਵਿੱਚ ਨਾ ਲਪਟ ਕੇ ਰਹਿ ਜਾ, ਕਿਉਂਕਿ ਇਹਦੇ 'ਚ ਲਪਟੇ ਹੋਏ ਕਈ ਤੁਰ ਗਏ ਤੇ ਕਈਆਂ ਨੇ ਤੁਰ ਜਾਣਾ, ਤੂੰ ਇਹਦੇ 'ਚ ਬਾਹਰ ਆ। ਮਹਾਰਾਜ ਕਹਿ ਰਹੇ ਨੇ ਕਿ ਕਹਾਂ ਮਨ ਵਿਖਿਆ ਸੋ ਲਪਟਾਹੀ, ਜਾਂ ਜਗ ਮੈਂ ਕੋ ਰਹਿ ਨਾ ਪਾਵੇ, ਇੱਕ ਆਵੇਂ ਇੱਕ ਜਾਹੀ। ਅੱਗੇ ਮਹਾਰਾਜ ਰਹਾਉ ਦਾ ਵਿਸਰਾਮ ਦੇ ਕੇ ਪਹਿਲੇ ਬੰਦ ਵਿੱਚ ਕਹਿੰਦੇ ਨੇ, ਕਾਂ ਕੋ ਤਨ ਧਨ ਸੰਪਤ ਕਾ ਕੀ ਕਾਂ ਸਿਓ ਨੇਹ ਲਗਾਈ। ਵੇਖੋ ਕਿੰਨੇ ਸ਼ਬਦ ਮਹਾਰਾਜ ਨੇ ਕੱਕੇ ਨਾਲ ਹੀ ਵਰਤ ਦਿੱਤੇ। ਕਾਂ ਕੋ ਤਨ ਧਨ ਸੰਪਤ ਕਾ ਕੀ ਕਾਂ ਸਿਓ ਨੇਹ ਲਗਾਈ। ਮਹਾਰਾਜ ਕਹਿੰਦੇ ਹੇ ਮੇਰੇ ਮਨੋ, ਤੂੰ ਜਦਾ ਝਾਤ ਮਾਰ ਕੇ ਤਾਂ ਦੇਖ, ਇਹ ਤਨ ਵੀ ਤੇਰਾ ਨਹੀਂ, ਧਨ ਵੀ ਤੇਰਾ ਨਹੀਂ, ਸੰਪਤ ਵੀ ਤੇਰੀ ਨਹੀਂ। ਮਹਾਰਾਜ ਕਹਿੰਦੇ ਕੁਝ ਵੀ ਤੇਰਾ ਨਹੀਂ, ਨੇਹ ਲਗਾਈ, ਤੂੰ ਇਹਦੇ ਨਾਲ ਨੇਹ ਲਾ ਕੇ ਬੈਠਾ, ਪਿਆਰ ਲਾ ਕੇ ਬੈਠਿਆ ਮਨਾ, ਜਿਨ੍ਹਾਂ ਨਾਲ ਤੂੰ ਸਨੇਹ ਤੇ ਪਿਆਰ ਲਾ ਕੇ ਬੈਠਾ ਕਿ ਛਿਨ ਵਿੱਚ ਹੀ ਤਾਂ ਪਰਾਇਆ ਹੋ ਜਾਣਾ ਸਾਰਾ ਕੁਝ। ਕਾ ਕੋ ਤਨ ਧਨ ਸੰਪਤ ਕਾ ਕੀ ਕਾ ਸਿਓ ਨੇਹ ਲਗਾਈ, ਜੋ ਦੀਸੈ ਸੋ ਸਗਲ ਵਿਨਾਸੈ। ਮਹਾਰਾਜ ਕਹਿੰਦੇ ਹੇ ਮਨਾ, ਜੋ ਦਿਸਦਾ ਪਿਆ ਨਾ ਇਹ ਬਿਰਸ ਜਾਣ ਵਾਲਾ ਹੈ। ਤੇ ਮਹਾਰਾਜ ਕਹਿੰਦੇ ਜੋ ਵੀ ਦਿਸਦਾ ਪਿਆ, ਜੋ ਦੀਸੈ ਸੋ ਸਗਲ ਵਿਨਾਸੈ। ਫਿਰ ਉਦਾਹਰਨ ਕੀ ਦਿੰਦੇ ਨੇ, ਜਿਉਂ ਬਾਦਲ ਕੀ ਛਾਈ। ਬਾਦਲ ਮੈਨੇ ਬੱਦਲ, ਇੱਥੇ ਬੱਦਲ ਜਿਵੇਂ ਬੱਦਲ ਦਾ ਪਰਛਾਵਾਂ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਬੱਦਲ ਦੇ ਪਰਛਾਵੇਂ ਵਾਂਗ ਸਮਝ ਜੋ ਕੁਝ ਤੈਨੂੰ ਇੱਥੇ ਦਿਸਦਾ ਪਿਆ ਹੈ। ਅਖੀਰ ਚ ਮਹਾਰਾਜ ਕਹਿ ਰਹੇ ਨੇ, ਤਜ ਅਭਿਮਾਨ ਸ਼ਰਨ ਸੰਤਨ ਗਹੋ। ਗਹੋ ਦਾ ਮਤਲਬ ਪਕੜੋ। ਮਹਾਰਾਜ ਕਹਿੰਦੇ ਹੇ ਮਨਾ ਛੱਡ ਦੇ। ਹੁਣ ਸਤਿਗੁਰੂ ਮਹਾਰਾਜ ਨੇ ਅਖੀਰਲੇ ਤੋਪ ਵਿੱਚ ਦੋ ਬਚਨ ਕਹੇ ਨੇ। ਇੱਕ ਬਚਨ ਕਿਹਾ ਵੀ ਛੱਡ, ਤੇ ਦੂਜਾ ਕਿਹਾ ਪਕੜ ਲੈ। ਇਹ ਬੜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸ਼ਬਦਾਂ 'ਚ ਨਾ ਬੜੀ ਐਸੀ ਕਿਰਪਾ ਵਰਤੀ ਹੈ। ਪਹਿਲਾਂ ਜਦੋਂ ਸ਼ਬਦ ਮਹਾਰਾਜ ਦਾ ਗੌੜੀ ਰਾਗ ਦਾ ਆਉਂਦਾ ਨਾ, ਉਦੋਂ ਵੀ ਵੇਖੋ ਮਹਾਰਾਜ ਸ਼ੁਰੂਆਤ ਇੱਥੋਂ ਕਰਦੇ ਨੇ ਕਿ ਸਾਧੋ ਮਨ ਕਾ ਮਾਨ ਤਿਆਗੋ। ਇਹਦਾ ਮਤਲਬ ਸ਼ੁਰੂ 'ਚ ਹੀ ਮਹਾਰਾਜ ਨੇ ਗੱਲ ਪਹਿਲੇ ਸ਼ਬਦ ਤੋਂ ਕਰ ਦਿੱਤੀ ਕਿ ਮਨ ਦਾ ਅਭਿਮਾਨ ਅਹੰਕਾਰ ਛੱਡਣਾ ਪਏਗਾ ਜੇ ਕੁਝ ਗ੍ਰਹਿਣ ਕਰਨਾ ਹੈ। ਤੇ ਇੱਥੇ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਇੱਕ ਚੀਜ਼ ਛੱਡ, ਦੂਜੀ ਪਕੜ ਲੈ। ਕਿਹੜੀ? ਕਹਿੰਦੇ ਤਜ ਅਭਿਮਾਨ, ਹਉਮੈ ਹੰਕਾਰ ਛੱਡ ਦੇ, ਸ਼ਰਨ ਸੰਤਨ ਗਹੋ। ਮਹਾਰਾਜ ਕਹਿੰਦੇ ਹੰਕਾਰ ਛੱਡ ਕੇ ਤੇ ਮਨ ਪਰਮਾਤਮਾ ਦੀ ਸ਼ਰਨ, ਉਹਦਾ ਨਾਮ ਪਕੜ ਲੈ। ਤਜ ਅਭਿਮਾਨ ਸ਼ਰਨ ਸੰਤਨ ਗਹੋ। ਮਹਾਰਾਜ ਕਹਿੰਦੇ ਹੋਏਗਾ ਕਿ ਮੁਕਤ ਹੋਏ ਛਿਨ ਮਾਹੀ। ਮਹਾਰਾਜ ਕਹਿੰਦੇ ਬਹੁਤੀ ਦੇਰ ਨਹੀਂ ਲੱਗਣੀ, ਤੈਨੂੰ ਮੁਕਤ ਹੋਣ ਲਈ ਇੱਕ ਛਿਨ ਹੀ ਲੱਗੇਗਾ।
ਜੇ ਤੂੰ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ हे ਮਨਾ ਪਕੜ ਲਏ ਤੇ ਇੱਕ ਛਿਨ ਵਿੱਚ ਤੂੰ ਮੁਕਤ ਹੋ ਸਕਦਾ ਹੈ। ਤਜ ਅਭਮਾਨ ਸ਼ਰਨ ਸੰਤਨ ਗਓ ਮੁਕਤ ਹੋਏ ਛਿਨ ਮਾਰੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਜਨ ਨਾਨਕ ਭਗਵੰਤ ਭਜਨ ਬਿਨ। ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਪਨੇ ਵਿੱਚ ਵੀ ਸੁੱਖ ਨਹੀਂ ਕਦੀ ਮਿਲ ਸਕਦਾ। ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਭੀ ਨਾਹੀ। ਮਹਾਰਾਜ ਕਹਿੰਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲੇਗਾ ਜੇ ਤੂੰ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਛੱਡ ਦਿੱਤਾ, ਉਹਦੇ ਨਾਮ ਨੂੰ, ਉਹਦੇ ਗੁਣਾਂ ਨੂੰ ਜੇ ਤੂੰ ਤਿਆਗ ਦਿੱਤਾ। ਇसी संक्षेप जी विचार गुरु तेग बहादुर महाराज जी दे लड़ीवार चलते शब्दों की। आओ सतगुरु गुरु अमरदास जी का असीं अज प्रकाश पुरब मना रहे हैं तो सतगुरां दे जीवन संबंधी मैं बाकी रहिंदे समय च विचारा करनियां ने। सतगुरु गुरु अमरदास सच्चे पातशाह महाराज जी का आगमन साध संगत जी बासर के पिंड ये अमृतसर शहर जिहड़ा है उतों साध संगत जी 5 मील ते ये नगर आउंदा बासर के पिंड, जिन्हों असीं सौखे ढंग नाल कईयां नूं पता लग जाएगा, जिन्हों असीं सन साहब कहने हैं बाबा बुढ़ा साहब के नेड़े सन साहब वो बासर के पिंड ही वो सतगुरु गुरु अमरदास महाराज जी का अपना निजी पिंड है, जद्दी पिंड उन्हां दा। इन्हां दे पिता बाबा तेजभान जी, इन्हां दा साध संगत जी खेती का काम भी है ते व्यापार का काम भी है, दोनों काम ने। खेती भी करते हैं बाबा तेजभान जी ते व्यापार भी नाल नाल करते, व्यापार का काम ते खेती का काम इन्हां दा। ते साध संगत जी बाबा अमरदास जी का जिहड़ा आगमन है ये गुरु नानक देव जी तो 10 साल बाद हुंदा है। गुरु नानक साहब जी 1469 नूं ते बाबा अमरदास गुरु अमरदास मान 1479, 10 साल बाद। ये कह लो गुरु नानक साहब जी तो 10 साल छोटे ने बाबा अमरदास जी। साध संगत जी जिथे पिता पुरखी किता सी वाही का काम ते वणज व्यापार का काम, उथे पिता जी दे नाल भी हाथ वटाउंदे ने बाबा तेजभान जी दे नाल भी। पिता जी धार्मिक बिरती दे सन, वो धार्मिक बिरती दे होण करके वो धर्म स्थानां ते जांदे सन, यात्रा करदे सन धार्मिक स्थानां ते। बाबा अमरदास जी भी अपने पिता पुरखी वाला जिथे बाकी किता करते हैं उथे धार्मिक बिरती होण करके ये भी उस तरह ही अपने पिता जी वांग ये भी तीर्थां की यात्रा करते हैं। इन्हां ने 1400 ते साध संगत जी 21 नूं पहली यात्रा शुरू की इन्हां ने। उस तो बाद क्षमा करियो 1500 ते 21 नूं इन्हां ने पहली यात्रा शुरू करते हैं। उस तो बाद इन्हां दी लगातार यात्रा शुरू हो जांदियां ने। इहो कह लो 20 साल का लंबा समा जिहड़ा है ना इन्हां दा ये यात्रा दा शुरू हो जाता है। 20 साल लगातार थोड़े नहीं होंदे यात्रा करनी या धर्म स्थानां ते जाना, पर गिनती सी केवल। मैनूं क्षमा जरूर करियो क्योंकि सतगुरु का जीवन विचारना कि गुरु के जीवन के नाल नाल अपने गिरीवान में आपां भी झात मारनी है महाराज दे। क्योंकि जदों असीं बाबाणियां कहानियां पुत सपुत करेण दा मतलब की है, ये अपने वडेरियां दी कहानियां इस करके सुनते असीं पुत तो सपुत हो जाइए, ये तां करके सुनते हैं। ते साध संगत मैनूं क्षमा करियो जो गल गुरमत दी होवे वो आपां नूं कहनी पैनी ते सुननी भी पैनी मननी भी पैनी है। हुण जदों असीं अपने वेले निगाह मार के देखिए, जे बंदा केवल अज भी यात्रा दीयां गिनतियां च पिया होया है ना भी मैं तां जी हर साल यात्रा जाना, मैं हर साल फलाने तीर्थ स्थानां ते जाना, उत्ते साल बाद जाके नहाईदा, कोई 6 महीनों च 2 वारी जावे, जां इंडिया दे विच जिहड़े ने हर हफ्ते भी जा सकदे, हर महीने भी जा सकदे है। जे बंदा केवल गिनतियां च पिया होया ते तब्दीली कोई नहीं हो रही जीवन दे विच, ते बाबा अमरदास दे जीवन तो अज बहुत वड्डी सिक्ख्या मिलेगी। वो जांदे जरूर ने रस उन्हां दी नीयत ते शक नहीं कीता जा सकदा। महाराज जी दी नीयत ते शक कोई नहीं, पर दसन वाले रस्ता सही नहीं सी दसिया। जदों बंदा धर्म के रस्ते वाले बने तुरदा ना क्षमा करियो जे तां कोई चंगा गुरमतिया मिल जाए फिर तां सही गल दस के सही बने ला देगा, पर जे मेरे वर्गा को मनमुख मिल जाए जिन्हों सोझी कोई नहीं, ज्ञान कोई नहीं, कर्मकांडी बंदा होएगा, वो कर्म कांडा च फसा देगा उन्होंने, वो गिनतियां मिनतियां च पा देगा, चक्करां च पा देगा, वहमां च पा देगा, भरमां च फसा देगा, उत्थे बंदा फसिया रहेगा। फिर हुण बाबा अमरदास की नीयत कोई शक नहीं, वो चाहते ने अंदरों असल में सच नाल जुड़ना, पर रस्ता इदां दा सीगा कि जिहड़े पंडित मुलाने सन उन्होंने इस बने तोरता भी हाँ तीर्थां की यात्रा करो, यही सब तो बड़ा उच्चा धर्म है, वो तुर पे उस बने। होया कि मैं विस्तार ज्यादा ना करा, 21वीं यात्रा ते जदों गए ने 20 साल लंघ गए, 21वीं बार जो सारे इतिहास करके गए ने, साध संगत जी कहते हैं कि उत्थे एक महात्मा दे नाल मिलाप हुंदा है।
ਕਿਸੇ ਸਾਧੂ ਨਾਲ, ਕਿਸੇ ਉਹ ਕਹਿ ਲਓ ਰੱਬ ਦੇ ਪਿਆਰੇ ਨਾਲ ਜਿਹਨੂੰ ਕੋਈ ਸੋਝੀ ਸੀ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਗੱਲਬਾਤ ਚੱਲੀ, ਗੱਲਾਂ ਬਾਤਾਂ ਇੰਨੀਆਂ ਪ੍ਰਭਾਵਿਤ ਵਾਲੀਆਂ ਸੀ ਬਾਬਾ ਅਮਰਦਾਸ ਜੀ ਦੀਆਂ ਕਿ ਉਹ ਮਹਾਤਮਾ ਵੀ ਪ੍ਰਭਾਵਿਤ ਹੋ ਗਿਆ ਵੀ ਕਿਆ ਕਮਾਲ ਹੈ। ਉਹਨਾਂ ਦੀ ਵਿਚਾਰ ਤੋਂ ਪ੍ਰਭਾਵਿਤ ਇੰਨਾ ਹੋਇਆ ਕਿ ਹਰਿਦੁਆਰ ਤੋਂ ਯਾਤਰਾ ਕਰਦਿਆਂ ਕਰਦਿਆਂ ਬਾਸਰਕੇ ਤੱਕ ਹੀ ਆ ਗਏ। ਇੰਨਾ ਪਿਆਰ ਬਣ ਗਿਆ। ਗੱਲਾਂ ਬਾਤਾਂ ਚੱਲੀਆਂ, ਕੁਝ ਦਿਨ ਬਾਸਰਕੇ ਰਹੇ। ਗੱਲਬਾਤ ਚੱਲਦਿਆਂ ਚੱਲਦਿਆਂ ਇੱਕ ਦਿਨ ਪੁੱਛ ਲਿਆ ਕਿ ਤੁਸੀਂ ਗੁਰੂ ਕਿਹਨੂੰ ਧਾਰਨ ਕੀਤਾ, ਤੁਹਾਡਾ ਗੁਰੂ ਕੌਣ ਹੈ? ਤੁਹਾਡੇ ਵਚਨ, ਤੁਹਾਡੇ ਵਿਚਾਰ ਬੜੇ ਕਮਾਲ ਦੇ ਨੇ। ਤੇ ਬਾਬਾ ਅਮਰਦਾਸ ਨੇ ਕਿਹਾ ਗੁਰੂ ਤੇ ਕੋਈ ਨਹੀਂ ਮੇਰਾ। ਉਸ ਮਹਾਤਮਾ ਨੇ ਕਿਹਾ ਨਿਗੁਰਾ ਤੈਨੂੰ ਇੰਨੇ ਸਾਲ ਹੋ ਗਏ ਨੇ ਯਾਤਰਾ ਕਰਦਿਆਂ, ਤੂੰ ਗੁਰੂ ਨਹੀਂ ਧਾਰਨ ਕੀਤਾ, ਤੇਰਾ ਕੋਈ ਗੁਰੂ ਨਹੀਂ? ਨੇ ਕਿਹਾ ਗੁਰੂ ਮੇਰਾ ਕੋਈ ਨਹੀਂ। ਜੋ ਵਿਦਵਾਨ ਕਹਿੰਦੇ ਉਹ ਇੰਨੀ ਗੱਲ ਕਹਿ ਕੇ ਤੁਰ ਗਿਆ। ਮੈਂ ਤਾਂ ਇੰਨਾ ਜਿਹੜਾ ਟਾਈਮ ਤੇਰੇ ਨਾਲ ਨਿਭਾ ਲਿਆ, ਮੈਂ ਤਾਂ ਆਪਣਾ ਵੀ ਜੀਵਨ ਭਰਾਇਚ ਕਰਕੇ ਬਹਿ ਗਿਆ, ਤੇਰੇ ਨਿਗੁਰੇ ਨਾਲ ਮੇਰੀ ਸੰਗਤ ਕਿਉਂ ਹੋ ਗਈ? ਖੈਰ ਜਦੋਂ ਅਸੀਂ ਉਸ ਗੱਲ ਨੂੰ ਬਰੀਕੀ ਨਾਲ ਦੇਖਾਂਗੇ ਨਾ, ਤੇ ਯਾਦ ਰੱਖਿਓ ਜੇ ਜਿਸ ਬੰਦੇ ਦੇ ਸਰੀਰ ਉੱਤੇ ਕੋਈ ਜ਼ਖਮ ਹੋਵੇ ਨਾ, ਜ਼ਖਮ ਹੋਵੇ ਕਿਸੇ ਦੇ ਸਰੀਰ ਉੱਤੇ, ਤੇ ਜੇ ਉਸ ਟਾਈਮ ਤੇ ਕੋਈ ਬੰਦਾ ਆਵੇ ਤੇ ਉਹਨੂੰ ਪਤਾ ਨਾ ਹੋਵੇ ਵੀ ਇਹਦੇ ਤੇ ਜ਼ਖਮ ਹੈ, ਇਹਦੇ ਸਰੀਰ ਤੇ ਕੋਈ ਜ਼ਖਮ ਹੈ, ਅਚਾਨਕ ਬਹਿਣ ਲੱਗੇ ਉਸ ਬੰਦੇ ਦਾ ਹੱਥ ਆ ਜਾਵੇ ਉਹਦੇ ਉੱਤੇ, ਫਿਰ ਜਿਹੜੀ ਉਹਦੀ ਹਾਲਤ ਹੁੰਦੀ ਉਹਨੂੰ ਪੁੱਛ ਕੇ ਵੇਖੋ। ਅਸੀਂ ਆਪਣੇ ਸਾਰੇ ਸਰੀਰ ਤੇ ਲੂਣ ਮਲ ਸਕਦੇ ਹਾਂ, ਪਰ ਜਿੱਥੇ ਜ਼ਖਮ ਹੋਵੇ ਉੱਥੇ ਲੂਣ ਪਾ ਕੇ ਦੇਖੋ, ਉਸ ਬੰਦੇ ਨੂੰ ਪਤਾ ਲੱਗੇਗਾ ਜ਼ਖਮ ਤੇ ਲੂਣ ਪਾਉਣ ਨਾਲ ਹੁੰਦਾ ਕੀ ਹੈ। ਐਂ ਕਹਿ ਲਓ ਵਿਦਵਾਨ ਕਹਿੰਦੇ ਨੇ ਜਿਵੇਂ ਬਾਬਾ ਅਮਰਦਾਸ ਦੇ ਜ਼ਖਮ ਉੱਤੇ ਕਿਸੇ ਨੇ ਹੱਥ ਰੱਖ ਦਿੱਤਾ ਹੋਵੇ, ਜਿਵੇਂ ਬਾਬਾ ਅਮਰਦਾਸ ਦੇ ਜ਼ਖਮ ਹੋਏ ਦੇ ਉੱਤੇ ਕਿਸੇ ਨੇ ਲੂਣ ਪਾ ਦਿੱਤਾ ਹੋਵੇ, ਇੰਨੀ ਅੰਦਰ ਪੀੜਾ ਤੇ ਦਰਦ ਅੰਦਰ ਉੱਠਿਆ ਕਿ ਮਨਾ ਉਮਰ ਵੀ 62 ਸਾਲ ਤੇ ਹੋ ਗਏ ਵੀ 21 ਸਾਲ, ਤੇ ਤੈਨੂੰ ਇਹ ਗੱਲ ਸੁਣਨੀ ਪੈ ਗਈ ਵੀ ਤੂੰ ਅਜੇ ਕੋਈ ਗੁਰੂ ਵਾਲਾ ਹੀ ਨਹੀਂ ਬਣਿਆ। ਅੱਜ ਸਾਧ ਸੰਗਤ ਜੀ ਸਾਰੀ ਰਾਤ ਇਸੇ ਹੀ ਬਿਰਹਾ ਚ ਨਿਕਲ ਗਈ। ਹੁਣ ਦੇਖਿਓ ਜੀ, ਆਹ ਗੱਲਾਂ ਸਮਝਣ ਵਾਲੀਆਂ ਨੇ। ਗੁਰਦੁਆਰੇ ਅਸੀਂ ਵੀ ਆਉਂਦੇ ਹਾਂ, ਸੰਗਤ ਅਸੀਂ ਵੀ ਕਰਦੇ ਹਾਂ, ਬਾਣੀ ਅਸੀਂ ਵੀ ਪੜ੍ਹਦੇ ਹਾਂ, ਸੁਣਦੇ ਵੀ ਹਾਂ। ਹਰ ਵੇਲੇ ਕਿਉਂ ਨਹੀਂ ਇਹਦਾ ਅਸਰ ਹੋ ਜਾਂਦਾ? ਆਹ ਗੱਲ ਸਮਝਣ ਵਾਲੀ। ਬਾਬਾ ਅਮਰਦਾਸ ਜੀ ਦੇ ਘਰ ਵਿੱਚ ਬਾਣੀ ਪਹਿਲਾਂ ਵੀ ਪੜ੍ਹੀ ਜਾ ਰਹੀ ਹੈ। ਤੇ ਯਾਦ ਰੱਖਿਓ ਗੁਰੂ ਅੰਗਦ ਦੇਵ ਮਹਾਰਾਜ ਜੀ ਵਾਲੇ ਇਹ ਨਹੀਂ ਕਿ ਬਾਬਾ ਅਮਰਦਾਸ ਨੂੰ ਪਤਾ ਕੋਈ ਨਹੀਂ, ਕਿਉਂਕਿ ਜਦੋਂ ਭਰਾ ਦੇ ਪੁੱਤਰ ਨੂੰ ਵਿਆਹਣ ਗਏ ਨੇ ਤੇ ਉਦੋਂ ਗੁਰੂ ਅੰਗਦ ਸਾਹਿਬ ਜੀ ਦੇ ਘਰ ਹੀ ਤੇ ਗਏ ਨੇ। ਉਹਨਾਂ ਦੀ ਬੇਟੀ ਦਾ ਵਿਆਹ ਕੇ ਲਿਆਂਦੀ ਹੈ। ਕੁੜਮ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਅਮਰਦਾਸ ਜੀ ਦੇ, ਪਰ ਉਦੋਂ ਤੱਕ ਇਹ ਨਹੀਂ ਸੀ ਪਤਾ ਵੀ ਇਹ ਜਿਨ੍ਹਾਂ ਨੂੰ ਮੈਂ ਆਪਣਾ ਰਿਸ਼ਤੇਦਾਰ ਬਣਾਇਆ, ਜਿਨ੍ਹਾਂ ਦੇ ਘਰ ਵਿੱਚ ਆਪਣਾ ਪੁੱਤਰ ਵਿਆਹਣ ਵਾਸਤੇ ਆਇਆ, ਇਸ ਗੱਲ ਦਾ ਉਦੋਂ ਤੱਕ ਖਿਆਲ ਕੋਈ ਨਹੀਂ ਸੀ ਵੀ ਕੱਲ ਨੂੰ ਇਹਨਾਂ ਦੀ ਸ਼ਰਨ ਵਿੱਚ ਆ ਕੇ ਮੈਨੂੰ ਗੁਰੂ ਧਾਰਨ ਕਰਨਾ ਪੈਣਾ। ਕੋਈ ਉਦੋਂ ਤੱਕ ਕੋਈ ਸਮਝ ਨਹੀਂ ਸੀ, ਕੋਈ ਪਤਾ ਨਹੀਂ ਸੀ। ਹੁਣ ਘਰ ਵਿੱਚ ਬੀਬੀ ਅਮਰੋ ਬਾਣੀ ਤਾਂ ਪਹਿਲਾਂ ਵੀ ਪੜ੍ਹ ਰਹੀ ਹੈ, ਬਾਬਾ ਅਮਰਦਾਸ ਬਾਣੀ ਤਾਂ ਪਹਿਲਾਂ ਵੀ ਸੁਣਦੇ ਪਏ ਸਨ। ਇਹ ਕੀ ਹੋਇਆ ਵੀ ਜਿਸ ਦਿਨ ਉਸ ਮਹਾਤਮਾ ਨੇ ਕਿਹਾ ਤੇ ਉਹ ਕਹਿ ਲਓ ਜਿਵੇਂ ਜ਼ਖਮ ਉੱਤੇ ਲੂਣ ਛਿੜਕਿਆ ਗਿਆ ਹੋਵੇ, ਜਿਵੇਂ ਜ਼ਖਮ ਉੱਤੇ ਕਿਸੇ ਹੱਥ ਰੱਖ ਦਿੱਤਾ ਹੋਵੇ, ਅੰਦਰ ਦੀ ਪੀੜਾ ਬਿਰਹਾ ਇਹੋ ਜਿਹੀ ਉੱਠੀ। ਬਾਣੀ ਤਾਂ ਅੱਜ ਵੀ ਸੁਣਦੇ ਨੇ, ਪਰ ਅੱਜ ਇੱਕ ਇੱਕ ਸ਼ਬਦ ਅੰਦਰ ਨੂੰ ਧੂ ਪਾਈ ਜਾਂਦਾ ਹੈ। ਬਸ ਇਹੋ ਗੱਲ ਸਮਝਣ ਵਾਲੀ ਹੈ। ਜਦੋਂ ਅਸੀਂ ਕਹਿੰਦੇ ਨਾ ਵੀ ਬਦਲਦੇ ਕਿਉਂ ਨਹੀਂ, ਅਸੀਂ ਬਦਲਦੇ ਤਾਂ ਨਹੀਂ ਆ ਗੁਰਮੁਖੋ। ਇਹ ਸਿਰਫ ਤੇ ਸਿਰਫ ਜਾਂ ਕੰਨ ਰਸ ਬਣ ਗਿਆ ਹੈ ਵੀ ਚਲੋ ਆਏ ਸੁਣਿਆ, ਸੁਣ ਕੇ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਮਾਰੀਆਂ, ਖਾਧਾ ਪੀਤਾ, ਘਰ ਨੂੰ ਚਲੇ ਗਏ, ਪਤਾ ਅਗਲੇ ਐਤਵਾਰ ਫੇਰ ਆ ਜਾਣਾ ਸੀ। ਜਿਸ ਦਿਨ ਤਬਦੀਲੀ ਆਉਣੀ ਆ ਗੁਰਮੁਖੋ, ਉਸ ਦਿਨ ਇੱਕ ਨਿੱਕੇ ਜਿਹੇ ਛਿਣ ਵਿੱਚ ਹੀ ਇੱਕ ਗੱਲ ਨੇ ਬੰਦੇ ਦਾ ਜੀਵਨ ਬਦਲ ਕੇ ਰੱਖ ਦੇਣਾ ਹੈ। ਗੁਰੂ ਨਾਨਕ ਸਾਹਿਬ, ਮੈਂ ਥੋੜਾ ਜਿਹਾ ਵਿੱਚੋਂ ਨਿਕਲ ਲੱਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੱਲ ਤਾਂ ਇੰਨੀ ਕਹੀ ਸੀ ਨਾ ਦੋਵਾਂ ਜਾਣਿਆਂ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਨਵਾਜ਼ ਇਹ ਨਹੀਂ ਸੀ ਉਹ ਪੜ੍ਹਦੇ ਪਹਿਲਾਂ ਨਹੀਂ ਸੀ, ਕਿੰਨੇ ਲੰਮੇ ਸਮੇਂ ਤੋਂ ਪੜ੍ਹਦੇ ਆਉਂਦੇ ਸੀ। ਮਹਾਰਾਜ ਨੇ ਇੰਨੀ ਗੱਲ ਹੀ ਕਹਿ ਰਹੀ, ਕਹਿੰਦਾ ਓਏ ਤੂੰ ਤੇ ਘੋੜੀ ਦੀ ਲੱਗਾ ਹੋਇਆ ਕਿ ਉਹ ਵਿਸ਼ੇਰੀ ਕਿਤੇ ਖੂਹ ਚ ਨਾ ਡਿੱਗ ਪਵੇ, ਤੂੰ ਉਧਰ ਲੱਗਾ ਹੋਇਆ। ਦੂਜੇ ਨੂੰ ਕਹਿੰਦੇ ਤੂੰ ਕਾਬਲ ਕੰਧਾਰ ਚ ਘੋੜੇ ਖਰੀਦਦਾ ਪਿਆ, ਕਾਹਦੀ ਨਵਾਜ਼ ਪੜ੍ਹਦੇ ਹੋ ਤੁਸੀਂ? ਹੁਣ ਇਹ ਯੁਰਤ ਤਾਂ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਸੀ ਨਾ ਵੀ ਉਹਨਾਂ ਦੇ ਜਾ ਕੇ, ਉਹਨਾਂ ਦੀ ਮਸਜਿਦ 'ਚ ਜਾ ਕੇ, ਮਸਜਿਦ ਜਾ ਕੇ ਇੰਨੀ ਵੱਡੀ ਗੱਲ ਕਹਿ ਦੇਣੀ ਵੀ ਤੂੰ ਤਾਂ ਘੋੜੀ ਜਿਹੜੀ ਆ। ਉਹ ਗੁਰੂ ਨਾਨਕ ਤਾਂ ਕਹਿ ਸਕਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਕੁਝ ਸਾਡੇ ਵਰਗਾ ਨਹੀਂ ਕਹਿ ਸਕਦਾ, ਸਾਨੂੰ ਪਤਾ ਨਹੀਂ ਵੀ ਕਿਹਦਾ ਮਨ ਕਿੱਥੇ ਖੜਾ ਹੈ। ਗੁਰੂ ਨਾਨਕ ਨੇ ਵੇਖਿਆ, ਉਹਨੇ ਕਿਹਾ ਤੂੰ ਤੇ ਆਪਣੀ ਘੋੜੀ ਦੀ ਉਹ ਵਿਸ਼ੇਰੀ ਦੇ ਵਿੱਚ ਲੱਗਾ ਪਿਆ ਵੀ ਡਿੱਗ ਨਾ ਪਵੇ, ਤੇ ਮੈਨੂੰ ਕਹਿੰਦਾ ਨਵਾਜ਼ ਨਹੀਂ ਨਾਲ ਪੜੀ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜਦਾ? ਇੱਕ ਘਰੇ ਘੋੜੀ ਸਾਂਭਦਾ ਫਿਰਦਾ, ਦੂਜੇ ਕਾਮਲ 'ਚ ਜਾ ਕੇ ਘੋੜੇ ਖਰੀਦਦਾ ਫਿਰਦਾ, ਮੈਂ ਕਿਹਦੇ ਨਾਲ ਨਵਾਜ਼ ਪੜਾ? ਤੁਸੀਂ ਇੱਥੇ ਹੋਵੋ ਤੇ ਪੜਾ। ਹੁਣ ਇਹ ਅਸੀਂ ਸਾਡੀ ਬੜੀ ਵਾਰ ਸੁਣਾਉਂਦੇ ਆ, ਬੜੀ ਵਾਰ ਸੁਣਦੇ ਆ ਵੀ ਹਾਂ ਮਹਾਰਾਜ ਨੇ ਏਦਾਂ ਕਿਹਾ, ਤੇ ਸਾਨੂੰ ਵੀ ਤਾਂ ਕਹਿੰਦੇ ਨੇ ਵੀ ਗੁਰਦੁਆਰੇ 'ਚ ਬੈਠੇ ਹੋ, ਮਨ ਕਿੱਥੇ ਸਾਡਾ, ਕਿੱਧਰ ਦੌੜਿਆ ਭੱਜਾ ਫਿਰਦਾ ਹੈ। ਅਸੀਂ ਕਿੰਨੇ ਕੁ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਣਦੇ ਆ, ਪੜ੍ਹਦੇ ਆ, ਪਰ ਅਮਲ ਕੋਈ ਨਹੀਂ, ਕਿਉਂਕਿ ਮਨ ਅਜੇ ਉੱਥੇ ਪਹੁੰਚਦਾ ਨਹੀਂ ਪਿਆ। ਮਨ ਸੁਣਦਾ ਗੱਲ ਉਸੇ ਵੇਲੇ ਭੁੱਲ ਜਾਂਦੀ ਅਸੀਂ, ਉਸੇ ਵੇਲੇ, ਕਿਉਂਕਿ ਇਹਦੀ ਮੰਗ ਨਹੀਂ ਬਣੀ ਹੈ ਜੀ।
जिस दिन मंग बन जाएगी ना गुरमुखो, उस दिन तुहानू किसी नूं कहण दी भी जरूरत नहीं पैनी, बंदे ने अपने आप गुटका फड़ के बाणी पढ़न लग पैनी है। जिस दिन मन ने कुछ गल मान लई उस दिन सानू अपने आप ही सोझी आ जानी भी गुरु ग्रंथ साहिब जी रोज मत्थे टेकदे, मैं तां पाठ जरूर करा, मैं बाणी जरूर पढ़ा, मैं संगत जरूर करा। जिस दिन मन नूं ये भुख लग गई ने अपने आप तुर पैना। खैर मैं जी बेनती कर लगे, अज मन अंदर इन्ना बिरहा उठिया, बाबा अमरदास जी एक एक वचन बीबी अमरो जी की रचना तो जो चलता पिया अंदर नूं धूप पाई जाता है। करनी कागद मन मसवाणी बुरा भला दोए लेख पे। मारू रंग का शब्द गुरु नानक साहब जी का बीबी अमरो जी पढ़ रहे थे, ਉਹਦੇ ਵਿੱਚ शब्द जो आया ना कि काया आरण मन विच लोहा पंच आता आगन ते लाग रहे कोयले पाप पड़े तुसी ऊपर मन जलिया सन्नी चिंत भाई मन जलिया। वो शब्द है कि गुरु नानक साहब जी कह रहे हैं कि काया एक भट्ठी बनी पई है, मन ਉਹਦੇ ਵਿੱਚ ਲੋਹਾ ਜਿਹੜਾ ਸੜਦਾ ਪਿਆ ਹੈ, ਤੇ ਜਦੋਂ ਮਾੜਾ ਜਾਂ ਮਨ ਨੂੰ ਕੋਈ ਚੰਗੀ ਗੱਲ ਮਿਲਣ ਨੂੰ ਲੱਗਦੀ ਹੈ ਤੇ ਜਿਹੜੇ ਵਿਕਾਰ ਨੇ ਪਾਪ ਨੇ ਉਹ ਫਿਰ ਲਿਆ ਕੇ ਮਨ ਨੂੰ ਭੱਠੀ ਸੁੱਟ ਦਿੰਦੇ ਆ। ਥੋੜਾ ਜਿਹਾ ਮਨ ਬਾਹਰ ਨਿਕਲ ਲੱਗਦਾ ਕਿਤੇ ਕਿਤੇ ਵੀ ਚਲੋ ਸੰਗਤ ਕਰੀਏ, ਬਾਣੀ ਪੜੀਏ, ਕੋਈ ਚੰਗਾ ਕਰਮ ਕਰੀਏ, ਭਲੇ ਦਾ ਕੰਮ, ਮਾੜਾ ਜਿਹਾ ਮਨ ਚੋਂ ਫੁਰਨਾ ਉੱਠਦਾ, ਜਿਹੜੇ ਅੰਦਰ ਪਾਪਾਂ ਦੀ ਮੱਤ ਭਰੀ ਪਈ ਫਿਰ ਲਿਆ ਕੇ ਮਨ ਨੂੰ ਚੁੱਕ ਕੇ ਲੋਹੇ ਉੱਥੇ ਸੁੱਟ ਦਿੰਦੀ ਹੈ, ਫਿਰ ਉੱਥੇ ਬੰਦਾ ਡਿੱਗ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਕੋਇਲੇ ਪਾਪ ਪੜੇ ਤਿਸ ਉੱਪਰ, ਇਹ ਪਾਪਾਂ ਰੂਪੀ ਕੋਲੇ ਪੈ ਰਹੇ ਨੇ ਤੇ ਮਨ ਮਾੜਾ ਜਿਹਾ ਜਿਹੜਾ ਉਹ ਬਾਹਰ ਕਿਤੇ ਨਿਕਲ ਲੱਗਦਾ ਫਿਰ ਸਾੜੀ ਜਾਂਦੇ ਆ। ਤੇ ਫਿਰ ਸੰਨੀ ਜਿਹੜੀ ਚਿੰਤਾ ਦੀ ਸੰਨੀ ਪਤਾ ਕੀ ਕਰਦੀ ਹੈ, ਉਹ ਮਨ ਨੂੰ ਚੁੱਕਦੀ ਹੈ ਤੇ ਜਿਹੜਾ ਬੰਦਾ ਇਹਦਾ ਸੜਿਆ ਨਹੀਂ ਨਾ ਚੁੱਕ ਕੇ ਦੂਜਾ ਬੰਦਾ ਕਰ ਦਿੰਦੀ ਹੈ। ਮਨ ਜਲਿਆ ਸੰਨੀ ਚਿੰਤ ਭਈ, ਚਿੰਤਾ ਦੀ ਸੰਨੀ। ਸੰਨੀ ਸਮਝ ਕੇ ਆਪਾਂ ਇੱਕ ਕਲਾਸ ਹੁੰਦਾ ਕਿ ਸੰਨੀ ਹੁੰਦੀ ਲੋਹਾਰਾਂ ਦੇ ਕੋਲੇ ਜਿਹਦੇ ਨਾਲ ਲੋਹਾ ਪਕੜਦੇ ਆ, ਤੇ ਜਿਹੜਾ ਬੰਨਾ ਲੋਹੇ ਦਾ ਲਾਲ ਹੋ ਗਿਆ ਤੇ ਦੂਜਾ ਲਾਲ ਨਹੀਂ ਹੋਇਆ, ਉਹ ਚੁੱਕ ਕੇ ਬੰਨਾ ਪਲਟ ਦਿੰਦੇ ਨੇ, ਇੱਕ ਬੰਨਾ ਲਾਲ ਜਿਹੜਾ ਨਹੀਂ ਲਾਲ ਉਹਨੂੰ ਕੋਲਿਆਂ ਵਾਲੇ ਬੰਨੇ ਕਰ ਦਿੰਦੇ ਆ। ਦੇਖੋ ਮਹਾਰਾਜ ਦੀ ਉਦਾਹਰਨ, ਮਹਾਰਾਜ ਕਹਿੰਦੇ ਮਨ ਜਿਹੜਾ ਨਾ ਸੰਨੀ ਚਿੰਤਾ ਦੀ ਸੰਨੀ ਨੇ ਮਨ ਨੂੰ ਪਕੜਿਆ ਤੇ ਜਿਹੜਾ ਬੰਨਾ ਮਨ ਦਾ ਥੋੜਾ ਜਿਹਾ ਗੱਲ ਨੂੰ ਬਚਿਆ ਸੀ ਚੁੱਕ ਕੇ ਦੂਜੇ ਬੰਨੇ ਕਰਤਾ, ਮਨ ਫਿਰ ਉੱਤੇ ਲੱਤੀ। ਜਦੋਂ ਇਹ ਸ਼ਬਦ ਸੁਣਦੇ ਪਏ ਨੇ ਗੁਰੂ ਬਾਬਾ ਅਮਰਦਾਸ ਜੀ, ਤੇ ਉਹ ਕਹਿ ਲੋ ਮਨ ਨੂੰ ਧੂ ਪੈਂਦੀ ਜਾ ਰਹੀ। ਜਦੋਂ ਸਾਰੇ ਸ਼ਬਦ ਦੀ ਸਮਾਪਤੀ ਹੋਈ ਤੇ ਉਹਦੇ ਵਿੱਚ ਵਚਨ ਆਇਆ ਸੀ कि एक नाम अमृत तो देवे तो नानक तृष्ट भया मनूर कंचन फिर होवे। अखीर लिया तो कहा भया मनूर कंचन फिर होवे। ये मनूर मन कंचन हो सकता जे गुर मिले तनेहा, जे हो जा कोई गुरु मिल जाए तो उस मन सड़े हुए नु वो फिर मनूर बना सकता। एक नाम अमृत तो देवे, एक नाम दा अमृत दी बूंद दे देवे तो नानक तृष्ट सदिया ओड़ा मन है ना जो सड़िया पिया उन्होंने फिर कंचन वर्गा बना सकता। महाराज ने सारा शब्द सुनिया, कोल चले गए क्योंकि इको परिवार सी, इकट्ठा परिवार, साझा परिवार सी, इकट्ठा वेड़ा है। ते बीबी अमरो जी उस वेले रेड़का पा के बैठे सन, दुध रिड़के रहे सन। मैं रेड़का शब्द वरतिया, रेड़का शब्द अज होर रूप दे विच कोई कह सकदा भी आपां कहने की बंदा रेड़का पा के बैठा। रेड़का कहंदे सी जिहड़ा मधानी च चाटी च मधानी पानी दुध रिड़कने नूं शब्द वरतिया जांदा सी। सो दुध रिड़कदे पए सन ते जदों इस सारे शब्द की समाप्ति हुई, दिन दा चढ़ा आया, कोल आ गए ते कहंदे धीए जो तू शब्द अज पढ़िया है, जो तू शब्द गाया मैं सुनिया है, ते ये शब्द तो मैनूं ये कह रहा जिवें मेरा जीवन बयान कीता होवे उहदे विच, वो शब्द विच जिवें मेरे जीवन दी सारियां गल्लां कीतियां होण, कि किहदा कलाम, किहदी बाणी, किहदा शब्द गाया तूं। उहने कहा पिता जी गुरु नानक साहब जी दा, मैनूं उहनां कोले ले जा। कहण लगे गुरु नानक शरीर करके तां नहीं, जोत करके तां खडूर साहब दी धरती ते ने। धन गुरु अंगद देव सच्चे पातशाह बीबी अमरो जी दे पिता जी अपन उत्थे जाना पेगा। बाबा अमरदास जी ने कहा, कहंदे एक दिन भरा लैके गया सी अपने पुत्र नूं विआउण लई, उस दिन कुड़म मिला दिता, धीए अज तूं लै जा मैनूं गुरु मिला दे। भरा लैके गया सी, कुड़म मिला दिता, अज धीए तूं लै जा मैनूं गुरु मिला दे। लै गई बीबी अमरो जी बाबा अमरदास जी नूं खडूर साहब की धरती ते। जदों गए बीबी अमरो जी ने मत्था टेकिया ते कहा धीए कल्ली आई है? कहंदी नहीं पिता जी नाल आए ने, भाव गुरु अमरदास बाबा अमरदास जी बाहर क्यों खिलार आए हो? उन्होंने नाल लैके महाराज आप उठे, रिश्तेदारी भी है ते 25 साल वड्डे ने बाबा अमरदास जी गुरु अंगद देव सच्चे पातशाह महाराज जी नालों 25 साल उम्र विच वडेरे ने बाबा अमरदास जी। ते सतगुरु गुरु अंगद देव महाराज जी आप उठे, बाहर आए ने लैण वास्ते, ते कहंदे ने बाबा अमरदास महाराज जी ने आ जिहड़ा असीं गुरु तेग बहादुर दा शब्द विचारिया ना, ਉਹਦੀ ਜਿਹੜੀ ਅਖੀਰਲੀ ਤੋਕਾ ਉਹਨੂੰ ਫਿਰ ਧਿਆਨ ਚ ਲਿਆਓ। ਤਜ ਅਭਮਾਨ
शरण संतन गाओ। ते महाराज कहते ये छड्डण नाल एक शहंची सारी खेड बन जाती है। गुरु अमरदास बाबा अमरदास महाराज जी ने साध संगत जी कुछ नहीं देखा भी उम्र में मैं 25 साल वड्डा, रिश्तेदारी में मैं कुड़म लगता, साडा इधर मुंडा विआया है नहीं। महाराज एकदम गुरु अंगद साहब के चरणों से डिग पे। महाराज गल वकड़ी च लैन लगे, कह लगे नहीं अज रिश्तेदार नहीं है, मैं कृपा करो मैनू अपना सिख बना लो। मैं कहना साध संगत गुरु अमरदास महाराज जी के जीवन दी सिक्ख्यावां तुसीं देखो। महाराज ने ना तो उम्र देखी ना रिश्तेदारी देखी, ये कहा कि मैनू अपना सिख बना लो, महाराज मैनू सिक्ख्या दिओ, मैनू गुरमत की सोझी दिओ। डिग पै सतगुरु के चरणों च। धन गुरु अंगद देव सच्चे पातशाह महाराज जी कहते पुरखा गुरु नानक सच्चे पातशाह तेरे ते मेहर करनगे। महाराज दे जिन्ने शब्द तुसीं वेखोगे ना गुरु साहबान दे, कदे भी कोई गुरु साहबान ये शब्द नहीं वरतदा भी कोई नहीं पुरखा मैं तेरे ते कर दियां कृपा होण। वो जदों भी नाम लैणगे पहले गुरु साहबान दा लैणगे, गुरु नानक साहब की कृपा तेरे ते वरतेगी। सतगुरु गुरु अंगद देव सच्चे पातशाह महाराज जी ने अपनी शरण में ले लिया, सेवा में ला दिता। साध संगत जी सौखी गल नहीं है। 62 साल की उम्र होवे ते 62 साल की उम्र विच सेवा की घर ना घर नहीं होवे, 62 साल की उम्र विच बाणी नहीं पढ़नी होवे ते बाणी कल्ली पढ़नी नहीं है, 17 रागां विच बाणी उचारण भी करनी है। 19 राग ने गुरु नानक साहब जी दे, उन्हां 19 रागां विचों 17 राग गुरु नानक साहब वाले वरते ने। बाबा अमरदास जी ने बाणी भी उचारी है। मैं जी बेनती कर लगे हैं एक तो हुण थोड़ा जिहा समझिओ जी। ਅਸੀਂ ਕਹਿੰਦੇ ਆ कि नहीं जी ਹੁਣ ਸਾਨੂੰ ਕਿੱਥੇ ਕੁਝ ਯਾਦ ਹੁੰਦਾ ਹੈ, ਕਿੱਥੇ ਪੜਿਆ ਜਾਂਦਾ ਹੈ, ਉਮਰ ਦੀ ਗੱਲ ਕਰਦੇ ਆ। ਕਈ ਵੀਰ ਵਿੱਚ ਬੈਠੇ ਮੈਨੂੰ ਪੁੱਛਦੇ ਵੀ ਨੇ, ਕਈ ਉਹ ਕਹਿ ਦੇਣਗੇ ਵੀ ਕੋਈ ਕਿਹੜੀ ਚੀਜ਼ ਹੈ ਜਿਹੜੀ ਖਾਈਏ ਤੇ ਯਾਦ ਹੋ ਜਾਏ, ਵੀ ਤੁਸੀਂ ਇੰਨਾ ਕੁਝ ਯਾਦ ਕਰਦੇ ਹੋ, ਕੀ ਖਾਂਦੇ ਹੋ। ਤੇ ਸਾਧ ਸੰਗਤ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਤੁਹਾਨੂੰ ਦੱਸੀ ਵੀ ਘੋਲ ਕੇ ਪੀ ਲਓ ਤੁਹਾਨੂੰ ਬਾਣੀ ਯਾਦ ਹੋ ਜਾਊਗੀ। ਕੋਈ ਵੀ ਇਹੋ ਜਿਹੀ ਚੀਜ਼ ਨਹੀਂ, ਨਾ ਕਿਸੇ ਕੋਲ ਹੈ ਤੇ ਨਾ ਕੋਈ ਦੇ ਸਕਦਾ। ਫਿਰ ਕਿਸ ਤਰ੍ਹਾਂ? सिर्फ मैं एको गल कहांगा जी पहला भी कही है, जदों मन की मंग बन जाती है ना चीज अपने आप याद हो जाती है। किवें? जदों सानू पता भी असीं ड्राइवरी लाइसेंस लेना ही लेना है तो फिर किद्दां लिया जाता 60 साल की उम्र च भी आके किद्दां सारा कोई घोटे ला के किद्दां याद करते हैं आपां। जदों सानू बाकी सारियां गल्लां दा पता, मान लो मैनूं खिमा जरूर कर दिओ, मेरी गल दा गुस्सा ना करिओ, ਤੁਸੀਂ 70 ਸਾਲ 80 ਸਾਲ ਦੇ ਬਜ਼ੁਰਗ ਬਾਪੂ ਨੂੰ ਮੋਬਾਈਲ ਦੇ ਦਿਓ, ਲੈ 4 ਦਿਨਾਂ ਬਾਅਦ ਮੁੰਡਿਆਂ ਨੂੰ ਗੱਲ ਨਹੀਂ ਕਰਨ ਦਊਗਾ। ਵੇਖੋ ਕਿ ਚਲਾ ਚਲਾ ਕੇ ਵਿਖਾਉਂਦਾ ਕਿੱਦਾਂ ਸਭ ਕੁਝ ਆ, ਦੱਸ ਦੂੰ ਇਥੋਂ ਫੇਸਬੁੱਕ ਚੱਲਣੀ, ਇਥੋਂ YouTube ਚੱਲਣੀ, ਇੱਥੇ ਆ ਹੁੰਦਾ। ਉਹਨੂੰ 10 ਦਿਨਾਂ 'ਚ ਹੀ ਮੋਬਾਈਲ ਦੀ ਯਾਦ, ਮੋਬਾਈਲ ਦਾ ਤੇ ਪਤਾ ਲੱਗ ਗਿਆ, ਪਰ ਸਾਰੀ ਉਮਰ ਲੰਘ ਗਈ ਜਪਜੀ ਸਾਹਿਬ ਦਾ ਪਾਠ। ਕਹਿੰਦੇ ਬਾਬਾ ਜੀ ਬਸ ਵਾਹਿਗੁਰੂ ਵਾਹਿਗੁਰੂ ਕਰ ਛੱਡੀਦਾ, बाकी तो सानू 5 पौड़ियां, वो भी 5 पौड़ियां किते कोई अगे तो कोई पिछे कर ली। मैं सिर्फ बेनती ये कर रहा, मैं कहना जिस दिन बाबा अमरदास गुरु अमरदास का जीवन असीं विचारे, मैं तां विच कह रहा गुरु साहब के जीवन नूं क्यों विचारते हैं, इस करके क्योंकि सानू सिक्ख्या मिलती है। जे इत्थों तुसीं अंदाजा लाओ भी 62 साल की उम्र हो गई तो महाराज कह सकते सी हुण मैं घरे चलिया जा, उत्थे जाके मैं कोई भोरा पुट के बह जाना, महाराज तुहाडे कोल सिक्ख्या ते लै गया। कहते नहीं, महाराज कहते मैनूं घर ना चला दो। सारे जानते हैं मारदे इशनान कराउण दी सेवा, बाणी पढ़न दी सेवा, लंगर दी सेवा, जो सेवावां सन सतगुरु महाराज जी ने कीतियां, जो गुरु अंगद साहब ने कईयां सारियां सेवावां च महाराज तत्पर रहते रहे। एक दिन भी कोई नागा नहीं पाउंदे। ते अगली गल होर हुण साध संगत जी, जदों असीं सेवा करांगे ना ते जां गुरुद्वारे आवांगे ते बहुत कुछ सुनना पैना जी। जे बंदा ये कहे मैं सच दे मार्ग ते चलना ते मैनूं गल्लां ना सुननियां पैण, ये कदे हो ही नहीं सकदा। गुरु अमरदास महाराज जी नूं इन्ना भी पता सी भी बहुत कुछ सुनना पैना है ते सुनना भी पिया। इत्थों तक लोकां ने कहा पिछली उम्र आ गई, घरदियां ने बच्चियां ने नहीं सांभिया, कुड़मां दे आके बह गया, हुण सुनना पिया महाराज ने, कुड़मां दे आके बह गया। जे मैं कहना हुंदा कई बार सेवा लोक लाज तो उपर उठ के ही की जा सकती है। जेड़ा बंदा लोक लाज विच पिया होया बंदा कदी सेवा नहीं कर सकता। क्यों?
क्योंकि जो असीं इस बन्ने तुरांगे ना, मान लो गलत बन्ने बंदा तुरदा कोई इन्नी रोक टोक नहीं जी होंदी, सगों उत्साहित करते हैं भी तगड़ा हो के लगा रहो। जो बंदा तब्दील होने लगता है, गुरुद्वारे आने लग पे, संगत कर लग पे, बाणी पढ़न लग पवे जां सेवा कर लग पे, फिर बड़ियां गल्लां लोग कर लग पैंदे। लै हुण कहंदे कमेटी जाऊगा, लगदा जिहड़ा सेवा च लगा रहा दिन रात, अगला चुप करे घरे बैठ जांदा भी चलो यार मैं तां गया सेवा कर, लोकी गल्लां करदे। अगला कहंदा लै इहने कुछ ना कुछ गुरुद्वारे हुण लैणा ही जिहड़ा इन्ना सेवा च लग गया। मैं कई बार मेरियां हो सकदा तुसीं मेरियां गल्लां नाल कुछ ना सहमत होवे ते भावें कईयां नाल ना सहमत होयो जे, मैं जी बेनती कर लग्या याद रखियो जे जेड़ा बंदा किसी बंदे दे मगर ला के बाणी पढ़नी, संगत करनी, सेवा करनी छड्ड देवे, ਇਹਦਾ मतलब उस बंदे नाल वो बंदा कामयाब हो गया जेड़ा बंदा नूं लगा सी इस बने ढाउण चों कामयाबी तो ਉਹਨੂੰ मिल गई, वो तो कामयाब हो गया। मैं कहना बंदिया तू सोच, तू ये कह भी जे मैनू कोई गल्लां करदा ते याद रख मैं तैनू नहीं सफल होण देना। एक मैं वचन कह लगा गुरु ग्रंथ साहिब दी बाणी विचों याद आ गया, महाराज कहंदे ने हर जन राम नाम गुण गावे, जे कोई निंद करे हर जन की ते की क्या महाराज जी अपना गुण अच्छा दो शब्द आए ने। मैं कहते ने बाणी में कई बार असीं शब्द पढ़दे हुकमनामा में कई बार लिया, कई बार गल आउंदी नहीं दिमाग विच, एक दिन मन च कुदरती आ गया भी महाराज ने दो शब्द वर दिते गुण इक्के तुक विच, इन्हां दा मतलब की हो गया दोवां गुणां दा। पहले च कहंदे हर जन राम नाम गुण गावे, ਇਹਦਾ मतलब हो गया हरि दे गुण गावे। अगला अर्थ की है, महाराज कहते जे कोई निंद करे हर जन की अपना गुण की अपनी सिफत उत्ते लिखी है, ਇਹਦਾ अर्थ सिफत नहीं होएगा, ਇਹਦਾ मतलब अपना सुभाव ਉਹਦਾ अर्थ बदल जाएगा, गुण ਦਾ ਉਹਦਾ अर्थ हो जाएगा सुभाव। पहले च कहते ने रब की बंदगी ना छड्ड, दूजे च कहते अपना सुभाव ना छड्ड। हर जन राम नाम गुण गावे, जे कोई निंद करे हर जन की अपना गुण, अपना सुभाव ना छड्डी सेवा वाला, अपना सुभाव ना छड्डी बाणी पढ़न वाला, संगत करन वाला सुभाव ना छड्डी, तेनू किन्ना कुछ भी सुनना क्यों ना पै जाए। मैं जी बेनती कर लग्या महाराज नूं बहुत कुछ सुनना पिया, बाबा अमरदास जी नूं, सतगुरु गुरु अंगद देव सच्चे पातशाह दी शरण विच ने, सेवा च जुटे हुए ने, सत्संग समा अपनी चाले चलता है। सतगुरु गुरु अंगद देव सच्चे पातशाह महाराज जियां ने एक दिन वो आ गया जदों सिंघासन ते अपनी वाली जगह ते बिठा दिता, परिक्रमा कर दी, परिक्रमा करके कहते तुसी गुरु नानक दी जोत दे वारिस बन गए हो, तीसरे पातशाह धन सतगुरु गुरु अमरदास महाराज जी तुसी तीसरे पातशाह बन गए। सतगुरु महाराज जी दी उस वेले उम्र 74 साल 73 साल के करीब पहुंच चुकी सतगुरु दी उस वेले उम्र। सतगुरु गुरदा गद्दी ते विराजमान होए। महाराज ने कहा तुसी गोविंदवाल नगर बसाउण दी जिम्मेवारी गुरु अंगद देव जी ला गए। गोविंदवाल नगर बसाउणा है, सतगुरु गोविंदवाल दा नगर बसाउंदे है। सतगुरु गुरु अमरदास सच्चे पातशाह महाराज जी एक दिन खडूर साहब ही बैठे सी, विरोधियों ने चुक दिता गोविंदे दे पुत्र नूं, उन्हें अगों गुरु अंगद साहब दे पुत्रां नूं चुक दिता भी एक 62 साल की उम्र का आया सी, है भी तुहाडा रिश्तेदार, कुटुंबाचारी जो आके 4 दिन कीती सेवा दे गद्दी ते बह गया, मालक तुसीं हो। चुकना च आ गया, चुकना च थोड़े नहीं आए। साध संगत जो मैं कह रहा इतिहास जो कह रहे हैं, गुरु अमरदास महाराज जी सिंघासन ते बैठे सन, भरी संगत च बाबा दादू आया, उन्हें सतगुरु महाराज जी दे लत मार दी। वाहिगुरू ये सौखी गल नहीं। साध संगत असीं कहने महाराज कृपा करे कि सानू वे साडे अंदर महाराज वो जी वो गुण आ जाण किते गुरु वाले। असीं तां कहने बंदा गल करके जावे किथे होवे, जिन्ना चिर नूं मैं पिंड चों शहर चों देश चों बाहर नहीं कढ दिंदा, इहदी मैं भड्डी करके इहनूं करा मटा नहीं दिंदा, मैं बंदा कहंदा मैं छड्डना नहीं है। महाराज ने लत मारी, महाराज डिग पे, जो इतिहास कर कहते महाराज डिग पे। कि उस वेले सिख जिहड़े बैठे सी महाराज इशारा नहीं कर सकते भी उठो फड़ लो इन्हूं। महाराज ने सारे को कहा भी शांत। साध संगत जी महाराज ने गुरु अमरदास सच्चे पातशाह ने क्या कहने लगे, मेरी गलती है, कहते मेरी गलती है, तुसी गुरु साहब के पुत्र हो, मैं एक बाहरों आके इस तख्त ते बैठ गया, ਤੁਹਾਡਾ ਵਾਕਈ ਹੱਕ ਬਣਦਾ ਸੀ, ਤੁਸੀਂ ਗੁਰੂ ਦੇ ਪੁੱਤਰ ਜੇ ਨਾ, ਮੈਂ ਤੁਹਾਡਾ ਮਾਨ ਨਹੀਂ ਕਰ ਸਕਿਆ, ਮੈਨੂੰ ਉੱਠ ਕੇ ਸਤਿਕਾਰ ਕਰਨਾ ਚਾਹੀਦਾ ਸੀ। ਖਿਮਾ ਕਰਿਓ ਜੇ ਮੇਰਾ ਬਜ਼ੁਰਗ ਦੇ ਹੱਡ ਜਿਹੜੇ ਨੇ ਹੁਣ ਹੱਡੀਆਂ ਹੀ ਹੱਡੀਆਂ ਰਹਿ ਗਈਆਂ, ਤੁਹਾਡਾ ਜਿਹੜਾ ਤੁਸੀਂ ਅਜੇ ਜਵਾਨ ਉਮਰ 'ਚ ਕੋਮਲ ਸਰੀਰ ਹੈ, ਤੁਹਾਡੇ ਪੈਰ ਨੂੰ ਕੋਈ ਸੱਟ ਤਾਂ ਨਹੀਂ ਲੱਗੀ, ਲਿਆਓ ਮੈਂ ਨੱਪ ਦਿਆਂ। ਬਸ ਸ਼ਬਦ ਹੀ ਇਹੋ ਜਿਹਾ ਮਹਾਰਾਜ ਨੇ ਮਾਰਿਆ ਕਿ ਅੰਦਰ ਨੂੰ
ਵਿੰਨ ਕੇ ਰੱਖ ਦਿੱਤਾ ਮਹਾਰਾਜ ਨੇ। ਸ਼ਬਦ ਹੀ ਹੋ ਜਾ ਮਹਾਰਾਜ ਬੋਲ ਹੀ ਸੀ, ਦਾਤੂ ਡਿੱਗ ਪਿਆ ਮਹਾਰਾਜ ਦੇ ਚਰਨਾਂ ਤੇ। ਕੁਝ ਤਾਂ ਕਹਿੰਦੇ ਨੇ ਕਿ ਕੁਝ ਦਿਨ ਬੈਠਾ ਰਿਹਾ, ਕੁਝ ਵਿਦਵਾਨ ਕਹਿੰਦੇ ਨੇ ਗੁਰੂ ਦੇ ਕਹਿਣ ਦੀ ਦੇਰ ਸੀ। ਉਹਨੇ ਕਿਹਾ ਇਸ ਗੱਦੀ ਦੇ ਮਾਲਕ ਸੱਚਮੁੱਚ ਤੁਸੀਂ ਬਣ ਸਕਦੇ ਵਾਸ, ਕਿਉਂਕਿ ਇਹ ਗੁਣ ਸਾਡੇ ਚ ਨਹੀਂ ਆ ਸਕੇ ਪੁੱਤਰਾਂ ਚ। ਮਹਾਰਾਜ ਨੇ ਕਿਹਾ ਜੇ ਫਿਰ ਵੀ ਤੁਸੀਂ ਚਾਹੁੰਦੇ ਹੋ ਨਾ, ਤੇ ਮਹਾਰਾਜ ਕਹਿੰਦੇ ਅਸੀਂ ਆਪਣੇ ਨਗਰ ਚਲੇ ਜਾਂਦੇ ਆ। ਸਾਨੂੰ ਸਭ ਨੂੰ ਪਤਾ ਮਹਾਰਾਜ ਕੁਝ ਦਿਨ ਆ ਗਏ ਬਸ ਰਕੇ ਚੋਲਾ ਪਾ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਵਾਂਗੂ, ਸਿੰਘਾਸਨ ਤੇ ਬਹਿਣਾ ਸ਼ੁਰੂ ਕਰਤਾ, ਭਜਨ ਬਲਾਸ ਕਰਨੇ ਸ਼ੁਰੂ ਕਰਤੇ ਬਾਬੇ ਦਾਤੂ ਦਾਸੂ ਨੇ। ਪਰ ਸਾਧ ਸੰਗਤ ਜੋਤ ਨਹੀਂ ਸੀ ਵਰਤਦੀ, ਕੋਈ ਨਾ ਮੰਨਿਆ, ਕਿਸੇ ਨੇ ਮੱਥਾ ਨਾ ਟੇਕਿਆ। ਆਖਿਰਕਾਰ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਦੱਸ ਕੇ ਨਹੀਂ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕੋਈ ਨਹੀਂ ਆਪਾਂ ਚੱਲਦੇ ਹਾਂ। ਗੋਇੰਦ ਬਾਸਰ ਕੇ ਆਏ, ਉੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੰਗਤਾਂ ਤੁਹਾਨੂੰ ਯਾਦ ਕਰਦੀਆਂ, ਬੇਬਲ ਨੇ ਸੰਗਤਾਂ ਤੁਸੀਂ ਚੱਲੋ। ਮਹਾਰਾਜ ਉੱਥੇ ਜਾਂਦੇ ਆ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਬੌਲੀ ਤਿਆਰ ਕਰਦੇ ਆ, ਫਿਰ ਉੱਥੇ ਲੰਗਰ ਤਿਆਰ ਕਰਦੇ ਆ, ਪੰਗਤਾਂ ਚੱਲਦੀਆਂ ਲੰਗਰ ਦਾ। ਇਸ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰ ਦਿੱਤੀ ਸੀ, ਗੁਰੂ ਅੰਗਦ ਸਾਹਿਬ ਦੇ ਵੀ ਵੇਲੇ ਉਹ ਚੱਲਦਾ ਰਿਹਾ। ਫਿਰ ਮਹਾਰਾਜ ਨੇ ਪੱਕਾ ਬੰਦ ਤੱਕ ਪਹਿਲੇ ਪੰਗਤ ਪਾਤਸ਼ਾਹ ਸੰਗਤ ਕਰ ਦਿੱਤਾ। ਉਸੇ ਹੀ ਲੰਗਰ ਵਿੱਚ ਅਕਬਰ ਬਾਦਸ਼ਾਹ ਆ ਕੇ ਵੀ ਬੈਠਦਾ ਹੈ, ਪ੍ਰਸ਼ਾਦਾ ਛਕਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸ਼ਿਕਾਇਤਾਂ ਪਹੁੰਚੀਆਂ ਅਕਬਰ ਦੇ ਦਰਬਾਰ ਵਿੱਚ। ਉਹਨਾਂ ਨੇ ਭਾਈ ਜੇਠਾ ਜੀ ਨੂੰ ਭੇਜਿਆ। ਉਹਨਾਂ ਨੇ ਬਾਣੀ ਦੇ ਪ੍ਰਮਾਣ ਦੇ ਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਇੰਨਾ ਪ੍ਰਭਾਵ ਪਾਇਆ, ਅਕਬਰ ਨੂੰ ਆਉਣਾ ਪਿਆ। ਉਹਨੇ ਆ ਕੇ ਇਸ ਲੰਗਰ ਦੇ ਵਿੱਚ ਪ੍ਰਸ਼ਾਦਾ ਵੀ ਛਕਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਵੀ ਕੀਤੇ। ਉਹਨਾਂ ਕਿਹਾ ਮਹਾਰਾਜ ਸੇਵਾ ਵੇਖੋ, ਗੁਰੂ ਮਹਾਰਾਜ ਦੀ ਬਹੁਤ ਸਿੱਖਿਆਵਾਂ ਜਿਹੜੀ ਅੱਜ ਵੀ ਸਾਨੂੰ ਦੱਸਦੀ ਹੈ ਕੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਇੱਕ ਕੰਮ ਕਰੋ, ਤੂੰ ਬਾਦਸ਼ਾਹ ਹੈ, ਤੇਰਾ ਹੁਕਮ ਪ੍ਰਜਾ ਮੰਨੇਗੀ। ਮਹਾਰਾਜ ਕਹਿੰਦੇ ਇੱਕ ਕੰਮ ਕਰਦੇ, ਜਿਹੜਾ ਸਤੀ ਪ੍ਰਥਾ ਹੈ ਨਾ, ਮਹਾਰਾਜ ਕਹਿੰਦੇ ਇੱਥੇ ਬੈਨ ਲਾ ਦੇ। ਵੇਖੋ ਪਰਉਪਕਾਰ ਮਹਾਰਾਜ ਕਹਿੰਦੇ ਇੱਥੇ ਬੈਨ ਲਾ। ਅਸੀਂ ਪ੍ਰਚਾਰ ਤਾਂ ਮਹਾਰਾਜ ਕਹਿੰਦੇ ਕਰ ਰਹੇ ਹਾਂ, ਪਰ ਪ੍ਰਚਾਰ ਨਾਲੋਂ ਵੀ ਵੱਧ ਗੱਲ ਉਹ ਹੁੰਦੀ ਹੈ ਜਦੋਂ ਤਾਕਤ ਜਿਹਦੇ ਹੱਥ ਵਿੱਚ ਹੋਵੇ ਉਸ ਬੰਦੇ ਦੇ। ਤੁਸੀਂ ਮੰਨ ਲਓ, ਚਲੋ ਮੈਂ ਨਹੀਂ ਕੋਈ ਗੱਲ ਕਰਨੀ ਚਾਹੁੰਦਾ ਰਾਜਨੀਤੀ ਦੀ, ਪਰ ਮੈਂ ਕਹਿੰਦਾ ਜਦੋਂ ਬੰਦੇ ਦੇ ਹੱਥ ਵਿੱਚ ਤਾਕਤ ਹੋਵੇ ਤੇ ਜੋ ਬੰਦਾ ਚਾਹੇ ਕਰ ਸਕਦਾ ਹੈ। ਜੇ ਤਾਕਤ ਹੱਥ ਵਿੱਚ ਨਹੀਂ ਤੇ ਫਿਰ ਜੋ ਅਸੀਂ ਹੱਥ ਪੱਲੇ ਮਾਰਦੇ ਰਹਿੰਦੇ ਕੁਝ ਨਹੀਂ ਬਣਦਾ। ਜੋ ਤਾਕਤ ਹੋਵੇ ਸਭ ਕੁਝ ਬੰਦਾ ਕਰ ਸਕਦਾ। ਮਹਾਰਾਜ ਕਿਹਾ ਤੂੰ ਰਾਜਾ ਹੈ, ਤੇਰੇ ਕੋਲੇ ਤਾਕਤ ਹੈ। ਮਹਾਰਾਜ ਨੇ ਕਿਹਾ ਇਹ ਸਤੀ ਪ੍ਰਥਾ ਬੰਦ ਕਰਾ। ਉਹਨੇ ਹੁਕਮ ਕਰ ਦਿੱਤਾ ਵੀ ਸਤੀ ਪ੍ਰਥਾ ਜਿਹੜੀ ਹੈ ਇਹ ਗੁਰੂ ਅਮਰਦਾਸ ਦਾ ਪਰਉਪਕਾਰ ਹੈ ਜਿਹੜਾ ਮਹਾਰਾਜ ਨੇ ਕਿਹਾ। ਦੂਜਾ ਮਹਾਰਾਜ ਨੇ ਕਿਹਾ, ਕਹਿੰਦੇ ਜਦੋਂ ਧਰਮ ਸਥਾਨਾਂ ਦੇ ਵੇਖੋ ਮਹਾਰਾਜ ਦਾ ਤੀਰਥਾਂ ਦੇ ਮਹਾਰਾਜ ਜਾਂਦੇ ਵੇਲੇ ਬਾਅਦ ਵਿੱਚ ਵੀ ਗਏ ਸਨ ਗੁਰੂ ਸਾਹਿਬ ਜੀ। ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਨ, ਅਰਥਾਤ ਲੋਕਾਂ ਦੇ ਉਦਾਹਰਨ ਵਾਸਤੇ। ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਵੀ ਮੈਂ ਵੀ 20 ਸਾਲ ਜਾਂਦਾ ਰਿਹਾ, ਜਿਹੜੇ ਉੱਥੇ ਮੇਰੇ ਵਰਗੂ ਭੁੱਲੇ ਭਟਕੇ ਪਏ ਮੈਂ ਉਹਨਾਂ ਨੂੰ ਮੋੜ ਕੇ ਲਿਆਵਾਂ ਇਸ ਬੰਨੇ। ਫਿਰ ਮਹਾਰਾਜ ਨੇ ਕਿਹਾ ਜਿਹੜਾ ਟੈਕਸ ਲਿਆ ਜਾਂਦਾ ਇਹਨਾਂ ਤੋਂ, ਜਦੋਂ ਯਾਤਰਾ ਤੇ ਲੋਕੀ ਧਾਰਮਿਕ ਸਥਾਨਾਂ ਤੇ ਜਾਂਦੇ ਆ ਉਹਨਾਂ ਤੋਂ ਤੇਰੇ ਆਦਮੀ ਟੈਕਸ ਲੈਂਦੇ ਆ, ਇਹ ਬੰਦ ਕਰ। ਮਹਾਰਾਜ ਨੇ ਉਹ ਵੀ ਬੰਦ ਕਰਵਾਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਉਪਕਾਰ। ਖੈਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਦੋ ਪੁੱਤਰ ਦੋ ਪੁੱਤਰੀਆਂ, ਬਾਬਾ ਮੋਹਨ ਤੇ ਬਾਬਾ ਮੋਹਰੀ ਜੀ, ਬੀਬੀ ਭਾਨੀ ਤੇ ਬੀਬੀ ਦਾਨੀ ਜੀ। ਸਤਿਗੁਰੂ ਜੀ ਦੇ ਦੋ ਦਮਾਦ ਭਾਈ ਰਾਮਾ ਤੇ ਭਾਈ ਜੇਠਾ ਜੀ, ਉਹੀ ਭਾਈ ਜੇਠਾ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਣਦੇ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਬੇਟੀ ਦਾ ਆਨੰਦ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਸੀ। ਸਾਧ ਸੰਗਤ ਜੀ ਮੈਂ ਜਿਵੇਂ ਪਹਿਲਾਂ ਕਿਹਾ 17 ਰਾਗਾਂ ਵਿੱਚ ਬਾਣੀ ਹੈ, ਤੇ ਹੁਣ ਮੈਂ ਥੋੜੇ ਜਿਹੇ ਪ੍ਰਮਾਣ ਦੇ ਕੇ ਮੈਂ ਤੁਹਾਡੇ ਕੋਲ ਮੰਗਾਂਗਾ ਗੁਰੂ ਅਮਰਦਾਸ ਦੀ ਬਾਣੀ ਦੇ ਵਿੱਚ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਸਾਧ ਸੇਵਾ ਕੀਤੀ ਸਫਲ ਹੈ ਜਦ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ, ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਮੈ ਵਿੱਚੋਂ ਜਾਏ। ਇੱਕ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਹੈ ਜਿਹੜੀ ਸਾਡੇ ਜਨਮ ਤੋਂ ਲੈ ਕੇ ਤੇ ਮਰਨ ਤੱਕ ਕੋਈ ਬੰਦਾ ਵੀ ਉਸ ਬਾਣੀ ਤੋਂ ਬਿਨਾਂ, ਉਹ ਜਿਹੜੀ ਬਾਣੀ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਨਾਲ ਚੱਲਣੀ ਹੈ, ਉਹ ਹੈ ਆਨੰਦ ਸਾਹਿਬ ਦੀ ਬਾਣੀ। ਜਦੋਂ ਜਨਮ ਹੋਏਗਾ ਅਰਦਾਸ ਕਰਵਾਵਾਂਗੇ, ਆਨੰਦ ਸਾਹਿਬ ਪੜ੍ਹਨੇ ਪੈਣਾ 6 ਪੌੜੀਆਂ। ਜਦੋਂ ਮੌਤ ਹੋਏਗੀ ਮ੍ਰਿਤਕ ਦੀ ਅਰਦਾਸ ਕਰਨੀ ਹੈ ਤੇ ਉਦੋਂ ਵੀ 6 ਪੌੜੀਆਂ 5 ਵੇਲੀਆਂ ਅਖੀਰਲੀ 6 ਇਹ ਵੀ ਸਾਨੂੰ ਪੜ੍ਹਨੀਆਂ ਪੈਣਗੀਆਂ। ਐਂ ਕਹਿ ਲਓ ਕੋਈ ਵੀ, ਮੈਂ ਇਹ ਤਾਂ ਕਹਿ ਦਿਆਂ ਮੈਂ ਕੋਈ ਵੀ ਕਾਰਜ ਉਹਦੀ ਸਮਾਪਤੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਨਾਲ ਹੀ ਹੋਏਗੀ। ਕੋਈ ਵੀ ਸਮਾਗਮ ਹੈ ਜਦੋਂ ਉਹਦੀ ਸਮਾਪਤੀ ਹੋਣੀ ਹੈ ਤੇ 6 ਪੌੜੀਆਂ ਆਨੰਦ ਸਾਹਿਬ ਦੀਆਂ ਸਾਨੂੰ ਪੜ੍ਹਨੀਆਂ ਹੀ ਪੜ੍ਹਨੀਆਂ ਪੈਣੀਆਂ ਅਰਦਾਸ ਤੋਂ ਪਹਿਲਾਂ। ਇਹਦੀਆਂ ਕੁੱਲ 40 ਪੌੜੀਆਂ ਨੇ, ਪਰ ਅਸੀਂ ਜਦੋਂ ਇਹ ਪੜ੍ਹਦੇ ਹਾਂ 5 ਵੇਲੀਆਂ ਦੀ ਅਖੀਰਲੀ 6ਵੀਂ ਪੌੜੀ ਪੜ੍ਹਦੇ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ। ਸਤਿਗੁਰੂ
ਗੁਰੂ ਅਮਰਦਾਸ ਨੇ ਇੱਕ ਹੋਰ ਕਿਰਪਾ ਕੀਤੀ। ਮਹਾਰਾਜ ਕਹਿੰਦੇ ਲੋਕ ਭਰਮਾਂ ਵਹਿਮਾਂ ਚ ਪਏ ਨੇ, ਮਹਾਰਾਜ ਜੋਤੀ ਜੋਤ ਸਮਾਉਣ ਲੱਗਿਆ, ਜਿਹੜੇ ਬਚਨ ਕਹਿ ਗਏ ਉਹਨਾਂ ਦੇ ਪੋਤੇ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਨੂੰ ਕਲਮ ਬੰਦ ਕਰ ਲਿਆ। ਸਤਿਗੁਰੂ ਨੇ ਬੋਲੇ ਸਨ ਸ਼ਬਦ, ਉਹਨਾਂ ਨੇ ਉਹਨੂੰ ਕਲਮ ਬੰਦ ਕਰ ਲਿਆ ਵਾਰਤਕ ਰੂਪ ਦੇ ਵਿੱਚ, ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੇ ਪਹੁੰਚਾ ਦਿੱਤੇ ਸਨ। ਉਹ ਬਾਣੀ ਹੈ ਰਾਮ ਕਲੀ ਸਤ ਸਤ ਮੈਨੇ ਸਦਾ, ਜਗ ਦਾਤਾ ਸੋਏ ਭਗਤ ਵਛੜ ਤੇ ਲੋਏ ਜਿਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜਿਓ, ਅਵਰ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ। ਪਰ ਉਹਦੇ ਵਿੱਚ ਮਹਾਰਾਜ ਨੇ ਕਿਹਾ ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕਰ ਭਗਤ ਦੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ। ਖੈਰ ਸ਼ਬਦ ਲਵੇਰਾ ਹੈ, ਉਹਦੇ ਵਿੱਚ ਮਹਾਰਾਜ ਨੇ ਕਿਹਾ, ਕਹਿ ਲਗੇ ਅੰਤੈ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ, ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਭਾਵੈ। ਅੱਗੇ ਮਾਰੇ ਕਿਤੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਇਹਨੂੰ ਸਾਰੇ ਕੁਝ ਕਹਿ ਕੇ ਮਾਰ ਕੇ ਤੇ ਹਰ ਸਰ ਪਾਵੈ, ਮੈਂ ਸਾਰੀ ਸੰਗਤ ਤੋਂ ਆਪਣਾ ਇਹ ਸਰੀਰ ਨਿਸ਼ਾਵਰ ਕਰਦਾ। ਕਈ ਦੇ ਅਰਥ ਕੱਢ ਲੈਂਦੇ, ਮਾਰੇ ਕਿਹਾ ਹਰ ਦਵਾਰ ਪਰ ਹਰ ਸਰ ਦੇ ਅਰਥ ਆਪੇ ਹਰ ਦਵਾਰ ਕੱਢ ਲੈਂਦੇ, ਨਹੀਂ ਉਹ ਸਾਧ ਸੰਗਤ ਰੂਪੀ ਸਰੋਵਰ ਤੋਂ ਮੈਂ ਕੁਰਬਾਨ ਕਰਦਾ ਸਾਰੇ ਇਹ ਸਾਰਾ ਕੁਝ। ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਨ ਲਈ ਰਜ਼ਾਏ ਜੀ, ਮੋਰੀ ਪੁੱਤ ਸਾਨੂੰ ਕੋਇਆ ਰਾਮਦਾਸੇ ਪੈਰੀ ਭਾਈ ਸਭ ਪਵੇ ਪੈਰੀ, ਸਤਿਗੁਰੂ ਕਰੇ ਜਿੱਥੇ ਗੁਰੂ ਆਪ ਰੱਖਿਆ, ਕੋਈ ਕਰਬ ਕੀਲੀ ਨਿਵੇ ਨਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਗੁਰੂ ਅਮਰਦਾਸ ਮਾਨ ਜੋ ਗੁਰਤਾ ਗੱਦ ਦਿੱਤੀ, ਤੇ ਜਿਹੜੇ ਨਹੀਂ ਸੀ ਨਿਆਉਂਦੇ ਮਹਾਰਾਜ ਨੇ ਕਿਹਾ ਜਿਨ੍ਹਾਂ ਸਾਡੀ ਖੁਸ਼ੀ ਲੈਣੀ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਝੁਕ ਜਾਓ। ਮਹਾਰਾਜ ਨੇ ਸਾਰਿਆਂ ਨੂੰ ਝੁਕਾ ਦਿੱਤਾ। ਇਹ ਬਾਬਾ ਸੁੰਦਰ ਜੀ ਦੇ ਬਚਨ ਨੇ, ਕਹੇ ਗੁਰੂ ਅਮਰਦਾਸ ਨੇ ਤੇ ਉਹਨਾਂ ਦੇ ਪੜਪੋਤੇ ਨੇ ਬਾਬਾ ਸੁੰਦਰ ਜੀ। ਖੈਰ ਮੈਂ ਸਮਾਪਤੀ ਕਰਨ ਲੱਗਿਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਉਹਨਾਂ ਦੀ ਬੇਅੰਤ ਬਾਣੀ ਜਿਹੜੀ ਸਾਧ ਸੰਗਤ ਜੀ, ਜਿਸ ਤਰ੍ਹਾਂ ਅਸੀਂ ਘੋੜੀਆਂ ਦੇ ਸ਼ਬਦ ਨੇ ਜਾਂ ਅਲਾਣੀਆਂ ਦੇ ਸ਼ਬਦ ਆਉਂਦੇ ਨੇ, ਇੱਕ ਮਹਾਰਾਜ ਨੇ 7 ਵਾਰ ਵੀ ਲਿਖੇ ਨੇ, ਜਿਹੜੇ ਅਸੀਂ ਨਾਂ ਲੈਂਦੇ ਹਾਂ ਨਾ 12 ਦੇ ਸੋਮਵਾਰ ਤੋਂ ਲੈ ਕੇ ਉੱਥੇ ਐਤਵਾਰ ਤੋਂ ਲੈ ਕੇ ਸੋਮਵਾਰ ਤੱਕ ਦੀ ਗੱਲ ਆਉਂਦੀ ਹੈ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਦੇ ਜਿਹੜੇ ਸ਼ਬਦ ਹੁੰਦੇ ਨੇ, ਕਬੀਰ ਸਾਹਿਬ ਨੇ ਵੀ 7 ਵਾਰ ਲਿਖੇ ਨੇ। ਗੁਰੂ ਅਮਰਦਾਸ ਮਹਾਰਾਜ ਨੇ 7 ਵਾਰਾਂ ਦੇ ਰਾਹੀਂ ਵੀ ਸਾਨੂੰ ਉਪਦੇਸ਼ ਦਿੱਤਾ। ਪਰ ਮਹਾਰਾਜ ਨੇ ਇੱਕ ਸ਼ਬਦ ਵਰਤਿਆ ਉਹਦੇ ਵਿੱਚ, ਜਦੋਂ ਮਹਾਰਾਜ ਸਾਰੇ 38 ਵਾਰਾਂ ਦੀ ਗੱਲ ਕਰਦੇ ਆਉਂਦੇ ਨੇ ਤੇ ਉਹਦੇ ਅਖੀਰ ਵਿੱਚ ਮਹਾਰਾਜ ਇੱਕ ਤੁਕ ਵਰਤ ਦਿੰਦੇ ਆ ਕਿ ਜੋ ਤੁਹਾਨੂੰ ਦੱਸਿਆ ਗਿਆ ਇਹਨਾਂ ਵਹਿਮਾਂ 'ਚ ਨਾ ਪਿਓ ਜੇ, ਇਹਨਾਂ ਭਰਮਾਂ 'ਚ ਨਾ ਪਿਓ ਜੇ, ਜੇ ਤੁਸੀਂ ਇਹਨਾਂ 33 ਵਾਰਾਂ ਭਰਮਾਂ 'ਚ ਪੈ ਗਏ। ਤੇ ਮਹਾਰਾਜ ਨੇ ਉਹਦੇ ਅਖੀਰ ਵਿੱਚ ਸ਼ਬਦ ਵਰਤਿਆ 33 ਵਾਰ ਸੇਵੈ ਮੁਗਧ ਗਵਾਏ। ਮਹਾਰਾਜ ਕਹਿੰਦੇ ਮੂਰਖ ਜਿਹੜਾ ਇਹਨਾਂ 33, ਕਿਉਂਕਿ ਮਹਾਰਾਜ ਨੇ ਜਿਹੜੇ ਕੋਈ ਕਹੇਗਾ ਵੀ ਮਹਾਰਾਜ ਨਾ ਕਿਉਂ ਲੈ ਵਿੱਚ ਵਾਰਾਂ ਦੇ, ਉਹਦੇ ਰਾਹੀਂ ਉਪਦੇਸ਼ ਦਿੱਤਾ ਹੈ। ਪਰ ਇਹ ਨਹੀਂ ਕਿਹਾ ਵੀ ਮੰਗਲਵਾਰ ਸਿਰ ਨਾ ਨਹਾਇਓ, ਬੁੱਧਵਾਰ ਆਹ ਨਾ ਕਰਿਓ, ਵੀਰਵਾਰ ਕੱਪੜੇ ਨਾ ਧੋਇਓ ਜੇ, ਅਜੇ ਤੱਕ ਵਹਿਮ ਸਾਡੇ ਗਏ ਨਹੀਂ। ਅਸੀਂ ਇਹਨਾਂ ਮੁਲਕਾਂ 'ਚ ਵੀ ਆ ਕੇ ਜਿਹੜੇ ਉੱਥੇ ਤੁਰੇ ਫਿਰਦੇ ਆ ਵਿਆਹਾਂ ਤੇ ਤੁਸੀਂ ਦੇਖੋ ਬੜੇ, ਖੈਰ ਮੈਂ ਉਧਰ ਨਾ ਜਾਵਾਂ, ਬੜੇ ਕਰਮ ਕਾਂਡ ਨੇ, ਕਿਤੇ ਫਿਰ ਗੱਲ ਆਈ ਤੇ ਮੈਂ ਉਹਨਾਂ ਦੇ ਜ਼ਿਕਰ ਕਰਾਂਗਾ। ਮੈਂ ਸਿਰਫ ਬੇਨਤੀ ਕਰ ਲੱਗਿਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਸੌਂਪ ਦਿੰਦੇ ਤੇ ਸਤਿਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਨੇ। ਉਹਨਾਂ ਦੀ ਸਿਫਤ ਵਿੱਚ ਸਵਈਏ ਤੇ ਬਹੁਤ ਜ਼ਿਆਦੇ ਨੇ, ਜਿਹੜਾ ਤੁਸੀਂ ਕੀਰਤਨ ਰੂਪ ਵਿੱਚ ਵੀ ਸਰਵਣ ਕੀਤਾ, ਪਾਠ ਰੂਪ ਵਿੱਚ ਵੀ ਮੈਂ ਤੁਹਾਨੂੰ ਸਰਵਣ ਕਰਵਾਇਆ ਸੀ। ਹੁਕਮਨਾਮਾ ਲੈਣ ਲੱਗਿਆ ਵੀ ਕਈ ਵਾਰ ਇਹਦਾ ਮੰਗਲ ਗਾਇਆ ਜਾਂਦਾ ਹੈ, ਉਹ ਤੁਸੀਂ ਦੇਖੋ ਮਹਾਰਾਜ ਦੀ ਸਿਫਤ ਜਿਹੜਾ ਸਵਈਆ ਗਿਆ। ਕਵੀ, ਉਹ ਕਵੀ ਦਾ ਨਾਮ ਹੈ ਭੱਲ ਹੈ, ਕਵੀ ਦਾ ਨਾਮ। ਉਹ ਕਹਿੰਦਾ ਸਤਿਗੁਰੂ ਦੀ ਸਿਫਤ ਵਿੱਚ ਘਨ ਹਰ ਬੂੰਦ ਬਸੋ ਰਮਾਵਲ, ਇਹਦੇ ਅਰਥ ਇਹ ਨੇ ਜਿਵੇਂ ਬੱਦਲ ਹੋਏ ਹੋਣ ਤੇ ਮੀਂਹ ਪੈਂਦਾ, ਬਰਸਾਤ ਦੀ ਕਣੀਆਂ ਡਿੱਗਦੀਆਂ ਜ਼ਮੀਨ ਦੇ ਉੱਤੇ। ਘਨ ਹਰ ਬੂੰਦ ਬਸੋ ਰਮਾਵਲ, ਧਰਤੀ ਇੱਥੇ ਡਿੱਗਦੀਆਂ ਨੇ। ਕੁਸਮ ਬਸੰਤ ਗਨੰਤ ਨਾ ਆਵੇ, ਕੁਸਮ ਫੁੱਲ ਬਸੰਤ, ਬਸੰਤ ਦੀ ਰੁੱਤ, ਬਸੰਤ ਰੁੱਤ ਵਿੱਚ ਜਿੰਨੇ ਫੁੱਲ ਪੈਦਾ ਹੁੰਦੇ ਨੇ ਇਹਨਾਂ ਦਰਖਤਾਂ ਨੂੰ ਲੱਗਦੇ ਨੇ, ਉਹਨਾਂ ਨੂੰ ਕੌਣ ਗਿਣ ਸਕਦਾ ਹੈ। ਧਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭੱਲ ਉਹਨਾਂ ਜੋ ਗਾਵੇ। ਸੂਰਜ ਦੀਆਂ ਕਿਰਨਾਂ, ਚੰਦਰਮਾ ਦੀਆਂ ਕਿਰਨਾਂ, ਸਮੁੰਦਰ ਦਾ ਤਟ, ਉਹਦੀਆਂ ਲਹਿਰਾਂ ਕੌਣ ਗਿਣ ਸਕਦਾ ਹੈ। ਤੇ ਸ਼ਿਵ ਜੀ ਵਾਂਗੂ ਸਮਾਧੀ ਲਾ ਕੇ ਜੇ ਕੋਈ ਬੰਦਾ ਸਾਰਾ ਕੁਝ ਮੰਨ ਲਓ ਵਿਚਾਰਨ ਦਾ ਯਤਨ ਕਰੇ
ਤੇ ਕਵੀ ਜੀ ਕਹਿੰਦੇ ਨੇ ਮੰਨ ਲਓ ਕਿਸੇ ਬੰਦੇ ਨੇ ਇਉਂ ਕਹਿ ਲਓ ਸਾਇੰਸ ਇੰਨੀ ਤਰੱਕੀ ਕਰ ਜਾਏ ਕਿ ਫੁੱਲ ਵੀ ਗਿਣੇ ਗਏ, ਕਣੀਆਂ ਵੀ ਗਿਣੀਆਂ ਗਈਆਂ, ਕਿਰਨਾਂ ਵੀ ਸੂਰਜ ਦੀਆਂ ਗਿਣੀਆਂ ਗਈਆਂ, ਸਮੁੰਦਰ ਦਾ ਤੱਟ ਵੀ ਨਾਪ ਲਿਆ, ਸਾਰਾ ਕੁਝ ਹੋ ਸਕਦਾ ਹੈ। ਪਰ ਕਵੀ ਨੇ ਕਹਿ ਦਿੱਤਾ, ਕਹਿਣ ਲੱਗੇ ਭੱਲੇ ਅਮਰਦਾਸ ਗੁਣ ਤੇਰੇ। ਇਹਨੂੰ ਅਸੀਂ ਕਈ ਵਾਰ ਕਈ ਭੁਲੇਖਾ ਖਾ ਜਾਂਦੇ। ਉਹ ਕਹਿੰਦੇ ਜੀ ਭੱਲੇ ਨਹੀਂ ਕਹਿਣਾ ਚਾਹੀਦਾ, ਭਲੇ ਅਮਰਦਾਸ। ਨਹੀਂ ਗੁਰਮੁਖੋ, ਜਦੋਂ ਤੁਸੀਂ ਬਾਣੀ ਨੂੰ ਪੜ੍ਹੋਗੇ ਵਿਆਕਰਨ ਦੇ ਮੁਤਾਬਕ ਤੇ ਉਹਦੇ ਚ ਜੇ ਕਹੋ ਗੁਰੂ ਅਮਰਦਾਸ ਦੀ, ਫਿਰ ਤੁਸੀਂ ਗੋਦ ਦਾ ਜ਼ਿਕਰ ਕਰਦੇ ਹੋ। ਤੇ ਜਦੋਂ ਇਹ ਸ਼ਬਦ ਪੜ੍ਹੋਗੇ ਵੀ ਰਾਮਦਾਸ ਸੋਢੀ, ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਸੋਢੀ ਸ਼ਬਦ ਭੱਟਾ ਨੇ ਵਰਤਿਆ ਹੈ, ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ। ਬੋਲ ਤੇ ਕਹੋਗੇ ਤੁਸੀਂ, ਬੰਦਾ ਕਹੋਗਾ ਸੋਢੀ ਕਿ ਕਹਿੰਦੇ ਤੁਸੀਂ। ਇਹਦਾ ਮਤਲਬ ਖੈਰ ਇਹ ਵਿਸ਼ੇ ਜਦੋਂ ਵਿੱਚੋਂ ਨਿਕਲਦੇ ਆ ਉਹਦੇ ਤੇ ਹੋਰ ਵਿਚਾਰ ਹੋ ਸਕਦੀ ਹੈ। ਇਹਨਾਂ ਨੂੰ ਮਹਾਰਾਜ ਨੇ ਮੰਨਣ ਦੀ ਗੱਲ ਨਹੀਂ ਕੀ ਵੀ ਤੁਸੀਂ ਇਹ ਕਹੋ ਵੀ ਮੈਂ ਫਲਾਣੀ ਕੁਲ ਵਿੱਚੋਂ ਜਾਤ ਵਿੱਚੋਂ ਆ, ਤੁਸੀਂ ਹੰਕਾਰ ਕਰਦੇ ਹੋ। ਮਹਾਰਾਜ ਕਹਿੰਦੇ ਨਹੀਂ, ਹੰਕਾਰ ਨਹੀਂ ਕਰਨਾ। ਇਹਨਾਂ ਨਾਂ ਲੈਣ ਨਾਲ ਕੋਈ ਭਾਰ ਨਹੀਂ ਡਿੱਗ ਲੱਗਾ, ਪਰ ਇਹਨਾਂ ਦਾ ਇਹ ਨਹੀਂ ਕਿ ਬੰਦਾ ਇਹ ਸਮਝ ਲਵੇ ਕਿ ਮੈਂ ਤਾਂ ਜੀ ਫਲਾਣੀ ਜਾਤ ਤੇ ਕੁਲ ਦਾ ਤੇ ਦੂਜਿਆਂ ਨੂੰ ਸਮਝੇ ਕੱਖ ਨਾ। ਨਹੀਂ, ਇਹਨਾਂ ਦਾ ਜੇਕਰ ਬੰਦੇ ਨੇ ਸਮਝਣਾ ਆਪਣੇ ਆਪ ਨੂੰ ਨਿਮਾਣਾ ਹੀ ਹੈ। ਇਹ ਨਹੀਂ ਸਮਝਣਾ ਕਿ ਮੈਂ ਫਲਾਣੀ ਕੁਲ ਤੇ ਜਾਤ ਦਾ। ਇਹ ਤਾਂ ਸਿਰਫ ਗੱਲ ਇਹ ਨਹੀਂ ਸੀ ਵੀ ਦੋ ਭਰਾ ਇੱਕ ਦੂਜੇ ਪਿੰਡ ਵਿੱਚ ਜਾ ਕੇ ਬਹਿ ਗਏ। ਉਹਨੇ ਕਿਹਾ ਵੀ ਚੱਲ ਮੈਂ ਗਿੱਲ ਰੱਖ ਲੈਂਦਾ, ਤੂੰ ਸਿੱਧੂ ਰੱਖ ਲਾ। ਦੂਜੇ ਕਿਹਾ ਮੈਂ ਢਿੱਲੋਂ ਰੱਖਦਾ, ਤੂੰ ਆਹ ਰੱਖ ਲਾ। ਪਿੰਡਾਂ ਦੇ ਨਾਮ ਵੱਜ ਗਏ ਤਾਂ ਕਿ ਉਹ ਪਹਿਚਾਣ ਕਰਨ ਵਾਸਤੇ ਸੀ। ਗੱਲ ਸਿਰਫ ਇੰਨੀ ਸੀ, ਅਸੀਂ ਉਹਨੂੰ ਹੋਰ ਢੰਗ ਨਾਲ ਲੈ ਕੇ ਬਹਿ ਗਏ। ਖੈਰ ਉਹ ਕਹਿੰਦੇ ਨੇ ਭੱਲੇ ਅਮਰਦਾਸ ਗੁਣ ਤੇਰੇ। ਭੱਲਿਆਂ ਦੀ ਕੁਲ ਵਿੱਚ ਪੈਦਾ ਹੋਏ ਗੁਰੂ ਅਮਰਦਾਸ ਮਹਾਰਾਜ ਜੀ, ਤੇਰੇ ਗੁਣ ਕੌਣ ਜਾਣ ਸਕਦਾ ਹੈ। ਤੇਰੀ ਉਪਮਾ ਤੋਹੇ ਬਣਿਆ ਹੈ। ਮਹਾਰਾਜ ਤੁਹਾਡੇ ਗੁਣ, ਤੁਹਾਡੀ ਉਪਮਾ, ਤੁਹਾਡੀ ਵਡਿਆਈ ਤੁਹਾਨੂੰ ਹੀ ਬਾਣੇ ਆਉਂਦੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਤੁਹਾਡੀ ਵਡਿਆਈ, ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ। ਤੁਹਾਡੇ ਗੁਣ ਬੇਅੰਤ ਨੇ, ਜਿਨ੍ਹਾਂ ਨੂੰ ਬਿਆਨ ਕਰਨਾ ਬਹੁਤ ਔਖਾ ਨਾ ਹੋ ਸਕਦੇ ਨੇ। ਇਹਨਾਂ ਨੂੰ ਕਿਸੇ ਗਿਣਤੀ ਵਿੱਚ ਗੁਣਾਂ ਨੂੰ ਨਹੀਂ ਲਿਆਂਦਾ ਜਾ ਸਕਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਸਾਡੇ ਤੇ ਪਰਉਪਕਾਰ ਕੀਤੇ। ਸਾਧ ਸੰਗਤ ਜੀ ਬਾਣੀ ਨੂੰ ਬਖਸ਼ਿਸ਼ ਕੀਤੀ ਹੈ। ਮਹਾਰਾਜ ਨੇ ਸੰਗਤ ਦੇ ਪੰਗਤ ਦਾ ਪੱਕਾ ਸਿਧਾਂਤ ਬਣਾ ਕੇ ਸਤਿਗੁਰੂ ਨੇ ਸਾਡੇ ਵਾਸਤੇ ਰੱਖ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰੀਏ, ਉਹਨਾਂ ਦੇ ਉੱਤੇ ਆਪਣੇ ਮਨ ਨੂੰ ਤੋੜ ਕੇ ਅਮਲ ਵਾਲੇ ਬੰਨੇ ਲਿਆਈਏ, ਤਾਂ ਕਿ ਗੁਰੂ ਦੀ ਸਿੱਖਿਆ ਵਿੱਚੋਂ ਇੱਕ ਕਿਣਕਾ ਹੀ ਸਾਡੇ ਅੰਦਰ ਵਸ ਜਾਏ ਤੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਤੇ ਵਿਚਾਰਾਂ ਕਰਦੇ ਆ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਆ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮੇਰੇ ਕੋਲ ਹੋ ਗਈਆਂ। ਸਾਧ ਸੰਗਤ ਤੇ ਸਤਿਗੁਰੂ ਬਖਸ਼ਣਯੋਗ ਹੈ, ਭੁੱਲ ਚੁੱਕ ਦੀ ਖਿਮਾ ਦੇਣੀ ਜੀ। ਆਓ ਪਿਆਰ ਸਤ ਸਾਰੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।